छियासीवें श्लोक अंदर भगत कबीर जी ਜ਼ਿੰਦਗੀ ਦਾ ਇੱਕ ਮਹਾਨ ਰਾਜ਼ ਸਾਡੇ ਨਾਲ ਸਾਂਝਾ ਕਰ ਰਹੇ ਹਨ। ਜੋ ਮਨੁੱਖ ਭਗਤ ਕਬੀਰ ਜੀ ਦੀਆਂ ਇਹਨਾਂ ਦੋ ਪੰਕਤੀਆਂ ਨੂੰ ਵੀ ਸਹੀ ਅਰਥਾਂ ਵਿੱਚ ਸਮਝ ਕੇ ਆਪਣੇ ਅੰਦਰ ਵਸਾ ਲਵੇ, ਉਸ ਮਨੁੱਖ ਦੀ ਜ਼ਿੰਦਗੀ ਸਫਲ ਨਾ ਹੋਵੇ, ਇਹ ਕਦੀ ਨਹੀਂ ਹੋ ਸਕਦਾ। ਕਿਉਂਕਿ ਅਸੀਂ ਆਮ ਤੌਰ 'ਤੇ ਬੁਨਿਆਦੀ ਗੱਲ ਤੋਂ ਹੀ ਭੁੱਲੇ ਹੋਏ ਹਾਂ ਅਤੇ ਭਟਕੇ ਹੋਏ ਹਾਂ। ਇਹ ਸਾਰੀ ਦੁਨੀਆ ਦੇ ਲੋਕ ਤਸਲੀਮ ਕਰਦੇ ਨੇ, ਮੰਨਦੇ ਨੇ ਕਿ ਮਨੁੱਖ ਜਿਹੋ ਜਿਹੀ ਸੰਗਤ ਵਿੱਚ ਵਿਚਰਦਾ ਹੈ, ਉਸ ਸੰਗਤ ਦਾ ਪ੍ਰਭਾਵ ਉਸ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਜਾਂਦਾ ਹੈ। ਹੋਸ਼ ਸੰਭਾਲਦਿਆਂ ਹੀ ਬਚਪਨ ਤੋਂ ਸੰਗ ਚੋਰਾਂ ਦਾ ਮਿਲ ਗਿਆ ਅਤੇ ਮਨੁੱਖ ਦੀ ਜ਼ਿੰਦਗੀ ਵਿੱਚ ਚੋਰੀ ਕਰਨ ਦੀ ਆਦਤ ਆ ਗਈ। ਸੁਭਾਵਿਕ ਹੈ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਸੰਗਤ ਦਾ ਅਸਰ ਹੋ ਗਿਆ। ਸੁਰਤ ਸੰਭਾਲਦਿਆਂ ਹੀ ਸਿਰਜਣਹਾਰ ਦੇ ਪਿਆਰਿਆਂ ਦੀ ਸੰਗਤ ਮਿਲਣੀ ਸ਼ੁਰੂ ਹੋ ਗਈ। ਮਨੁੱਖ ਦੇ ਅੰਦਰ ਧਾਰਮਿਕ ਭਾਵਨਾਵਾਂ ਭਰ ਗਈਆਂ, ਇਹ ਵੀ ਗੱਲ ਸਮਝ ਵਿੱਚ ਆਉਂਦੀ ਹੈ। ਇਸੇ ਲਈ ਜਦੋਂ ਕੋਈ ਵਿਅਕਤੀ ਧਰਮ ਵਿੱਚ ਪਰਪੱਕ ਦਿਖਾਈ ਦਿੱਤਾ ਤਾਂ ਸਿਆਣੇ ਲੋਕਾਂ ਨੇ ਉਸ ਦੀ ਵਡਿਆਈ ਕਰਨ ਦੇ ਨਾਲ ਨਾਲ ਜਨਨੀ ਮਾਂ ਨੂੰ ਵੀ ਸ਼ਾਬਾਸ਼ ਦਿੱਤੀ, ਜਿਸ ਨੇ ਪਾਲਿਆ ਹੈ, ਜਨਮ ਦਿੱਤਾ ਹੈ, ਪ੍ਰਤਿਪਾਲਿਆ ਹੈ ਅਤੇ ਮੁੱਢਲੀਆਂ ਸਿੱਖਿਆਵਾਂ ਦਿੱਤੀਆਂ ਹਨ। ਕਿਉਂਕਿ ਜਿਹੋ ਜਿਹੀ ਸੰਗਤ ਵਿੱਚ ਕੋਈ ਰਹਿੰਦਾ ਹੈ, ਉਸ ਸੰਗਤ ਦਾ ਪ੍ਰਭਾਵ ਉਸ 'ਤੇ ਪੈਂਦਾ ਹੀ ਹੈ। ਲੇਕਿਨ ਇਸ ਸੰਗਤ ਦੇ ਰੰਗ ਨੂੰ ਅਸੀਂ ਜਿਸ ਲੈਵਲ ਤੱਕ ਆਮ ਤੌਰ 'ਤੇ ਸਮਝ ਕੇ ਛੱਡ ਦਿੰਦੇ ਹਾਂ, ਉਹ ਇੱਥੋਂ ਤੱਕ ਸੀਮਿਤ ਹੈ ਕਿ ਸਰੀਰ ਕਰਕੇ ਅਸੀਂ ਸੰਗਤ ਕਰਨੀ ਹੈ। ਬਹੁਤ ਹੱਦ ਤੱਕ ਇਹ ਗੱਲ ਸਮਝ ਵਿੱਚ ਵੀ ਆਉਂਦੀ ਹੈ ਕਿ ਵਧੇਰੇ ਸਮਾਂ ਜਿਸ ਸੰਗ ਵਿੱਚ ਲੰਘਿਆ, ਅਕਸਰ ਉੱਥੇ ਕੁਝ ਵਿਚਾਰਾਂ ਸਾਂਝੀਆਂ ਹੋਈਆਂ, ਉਹਨਾਂ ਦਾ ਪ੍ਰਭਾਵ ਵੀ ਪਿਆ। ਪਰ ਕਬੀਰ ਜੀ ਇੱਥੇ ਸਰੀਰਕ ਸੰਗਤ ਦਾ ਜ਼ਿਕਰ ਨਹੀਂ ਕਰ ਰਹੇ। ਹੈ ਸਰੀਰਕ ਸੰਗਤ ਦਾ ਵੀ ਪ੍ਰਭਾਵ ਸਾਡੀ ਜ਼ਿੰਦਗੀ 'ਤੇ, ਲੇਕਿਨ ਅਸਲੀ ਪ੍ਰਭਾਵ ਕਬੂਲਣ ਵਾਲਾ ਜੋ ਹੈ ਉਹ ਸਰੀਰ ਨਹੀਂ, ਮਨ ਹੈ। ਮਨ, ਬੁੱਧ, ਚਿੱਤ, ਅਹੰਕਾਰ ਜਾਂ ਸੁਰਤ, ਵਿਦਵਾਨਾਂ ਨੇ ਇਸ ਮਸਲੇ ਨੂੰ ਬੜੀ ਕਠਿਨ ਸ਼ਬਦਾਵਲੀ ਵਿੱਚ ਸੰਸਾਰ ਦੇ ਸਾਹਮਣੇ ਰੱਖਿਆ ਹੈ। ਪਰ ਸਾਧਾਰਨ ਵਿਅਕਤੀ ਨੂੰ ਕਿਸੇ ਕਠਿਨਾਈ ਦੇ ਮਾਮਲੇ ਵਿੱਚ ਪੈਣ ਦੀ ਕੋਈ ਜ਼ਰੂਰਤ ਨਹੀਂ। ਜਿੰਨਾ ਆਸਾਨੀ ਨਾਲ ਸਮਝਿਆ ਜਾਏ ਓਨਾ ਬਿਹਤਰ ਹੈ। ਇਹ ਜੀਓ ਹੀ ਇੱਕ ਸਟੇਜ 'ਤੇ ਮਨ ਹੈ,
ਚੇਤੇ ਦੀ ਸ਼ਕਤੀ ਇਸ ਦੇ ਅੰਦਰ ਹੈ, ਇਹ ਚਿੱਤ ਵੀ ਹੈ। ਸਾਵਧਾਨੀ ਵਰਤੇ, ਇਹ ਸੁਰਤ ਵੀ ਹੈ। ਜੇ ਮਾਣ ਵਿੱਚ ਆ ਜਾਏ, ਅਹੰਕਾਰ ਵੀ ਹੈ। ਪਰ ਬੁਨਿਆਦੀ ਤੌਰ 'ਤੇ ਅਸਲ ਵਿੱਚ ਗੱਲ ਜੀਓ ਦੀ ਹੀ ਹੈ। ਅਸੀਂ ਆਪਣੇ ਆਪੇ ਦੇ ਬਾਰੇ ਬਹੁਤ ਘੱਟ ਜਾਣਦੇ ਹਾਂ। ਜੇ ਅਸੀਂ ਆਖੀਏ ਮੈਨੂੰ ਆਪਣੇ ਸਰੀਰ ਦੀ ਪੂਰੀ ਪਹਿਚਾਣ ਹੈ, ਸਰੀਰ ਆਪਣਾ ਹੈ ਕੁਝ ਸਮੇਂ ਵਾਸਤੇ, ਪਰ ਅਸੀਂ ਸਰੀਰ ਨਹੀਂ। ਜਦੋਂ ਆਪਣਾ ਆਖੀਦਾ ਹੈ, ਉੱਥੇ ਹੀ ਗੱਲ ਸਪਸ਼ਟ ਹੋ ਜਾਂਦੀ ਹੈ, ਮੇਰੇ ਨਾਲੋਂ ਚੀਜ਼ ਵੱਖਰੀ ਹੈ, ਪਰ ਆਪਣੱਤ ਦਾ ਰਿਸ਼ਤਾ ਹੈ। ਕਬੀਰ ਜੀ ਦੇ ਇਹਨਾਂ ਸਵਾਲਾਂ ਨੂੰ ਜੋ ਉਹਨਾਂ ਨੇ ਜ਼ਿੰਦਗੀ ਵਿੱਚ ਵਿਦਵਾਨਾਂ ਦੇ ਸਾਹਮਣੇ ਵੀ ਉਠਾਏ, ਬਹੁਤ ਬਾਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ। ਸਰੀਰਕ ਸੰਗ ਵੀ ਅਸਰ ਪਾਉਂਦਾ ਹੈ, ਲੇਕਿਨ ਦੂਰ ਤੱਕ ਦੇਖੋਗੇ ਤਾਂ ਉਸ ਦਾ ਅਸਰ ਵੀ ਸਰੀਰ ਤੱਕ ਸੀਮਤ ਹੈ। ਮਿਸਾਲ ਦੇ ਤੌਰ ਤੇ ਇੱਕ ਵਿਅਕਤੀ ਇਸ਼ਨਾਨ ਕਰਨ ਲਈ ਗਿਆ ਹੈ। ਸਰੀਰ ਦਾ ਇਸ਼ਨਾਨ ਕਰਾਉਣਾ ਹੈ। ਜਿਸ ਪਾਣੀ ਵਿੱਚ ਉਸਨੇ ਇਸ਼ਨਾਨ ਕੀਤਾ ਹੈ, ਉਸ ਵਿੱਚ ਬਿਮਾਰੀ ਦੇ ਕੀਟਾਣੂ ਨੇ, ਉਸ ਨੂੰ ਪਤਾ ਨਹੀਂ। ਇਸ਼ਨਾਨ ਤੋਂ ਬਾਅਦ ਉਸ ਦੀ ਚਮੜੀ ਰੋਗੀ ਹੋ ਗਈ। ਲੇਕਿਨ ਯਾਦ ਰਹੇ, ਚਮੜੀ ਰੋਗੀ ਹੋਈ ਹੈ, ਮਨ ਨਹੀਂ, ਜੀਓ ਨਹੀਂ। ਸਰੀਰ ਦੇ ਰੋਗ ਮਨ ਦੇ ਰੋਗ ਨਹੀਂ। ਸੰਪਰਕ ਸਰੀਰ ਦਾ ਪਾਣੀ ਨਾਲ ਹੋਇਆ। ਪਾਣੀ ਦੇ ਅੰਦਰ ਪ੍ਰਦੂਸ਼ਣ ਸੀ, ਬਿਮਾਰੀ ਦੇ ਕੀਟਾਣੂ ਸਨ, ਸਰੀਰ ਰੋਗੀ ਹੋ ਗਿਆ। ਬਾਹਰ ਦੇ ਸੰਗ ਵਿੱਚ ਵੀ ਤਕਰੀਬਨ ਜੇ ਬਹੁਤ ਦੂਰ ਤੱਕ ਦੇਖੋਗੇ, ਸਰੀਰਕ ਸੰਗ ਸਰੀਰ ਤੱਕ ਹੀ ਪ੍ਰਭਾਵ ਰੱਖਦਾ ਹੈ। ਪਰੇਸ਼ਾਨ ਨਾ ਹੋਣਾ ਕਿ ਫਿਰ ਬਾਹਰ ਦੀ ਸੰਗਤ ਦਾ ਮਤਲਬ ਕੀ ਰਹਿ ਗਿਆ। ਨਹੀਂ, ਮਤਲਬ ਹੈ, ਪਰ ਇਹ ਧਿਆਨ ਵਿੱਚ ਰੱਖਣਾ ਹੈ ਕਿ ਉਹ ਸਰੀਰਕ ਸੰਗ ਦਾ ਮਤਲਬ ਨਹੀਂ। ਉੱਥੇ ਵੀ ਜਦੋਂ ਮਨ ਸ਼ਾਮਲ ਹੁੰਦਾ ਹੈ ਤਾਂ ਜ਼ਿੰਦਗੀ ਵਿੱਚ ਪ੍ਰਭਾਵ ਪੈਂਦਾ ਹੈ। ਜੇ ਮਨ ਦੇ ਸ਼ਾਮਲ ਹੋਣ ਤੋਂ ਬਿਨਾਂ ਕੇਵਲ ਸਰੀਰ ਦੇ ਕਿਸੇ ਸੰਗਤ ਵਿੱਚ ਬੈਠਿਆਂ ਮਨੁੱਖ ਦੀ ਜ਼ਿੰਦਗੀ ਪਵਿੱਤਰ ਹੋ ਸਕਦੀ ਹੋਵੇ, ਤਾਂ ਦੁਨੀਆ ਦੀ ਬਹੁ ਗਿਣਤੀ ਦਾ ਜੀਵਨ ਅੱਜ ਪਵਿੱਤਰ ਹੋਣਾ ਚਾਹੀਦਾ ਹੈ। 2-2 ਵਕਤ ਸੰਗਤ ਵਿੱਚ ਜਾ ਕੇ ਘੰਟਿਆਂ ਬੱਧੀ ਬੈਠਣ ਵਾਲਿਆਂ ਦੀ ਜ਼ਿੰਦਗੀ ਵਿੱਚ ਵੀ ਜੇ ਬੇਈਮਾਨੀ ਦਿਖਾਈ ਦਿੰਦੀ ਹੈ, ਤਾਂ ਕੋਈ ਨਾ ਕੋਈ ਮਤਲਬ ਤਾਂ ਹੋਵੇਗਾ, ਅਰਥ ਤਾਂ ਹੋਵੇਗਾ। ਅਰਥ ਸਪਸ਼ਟ ਹੈ। ਸਰੀਰ ਜ਼ਰੂਰ ਬੈਠਾ ਹੈ ਉਸ ਸੰਗਤ ਵਿੱਚ, ਪਰ ਮਨ ਨਹੀਂ। ਇਸ ਦੇ ਉਲਟ ਵੀ ਇੱਕ ਅਵਸਥਾ ਹੈ। ਉਹ ਅਵਸਥਾ ਹੈ ਕਿ ਸਰੀਰ ਬੇਸ਼ੱਕ ਸੰਗਤ ਵਿੱਚ ਨਾ ਬੈਠਾ ਹੋਵੇ, ਲੇਕਿਨ ਸੁਰਤ ਜਾ ਬੈਠੇ, ਗੱਲ ਬਣ ਗਈ। ਇਹ ਮਨ ਜਾ ਬੈਠੇ, ਜੀਵਨ ਬਦਲੇਗਾ। ਮਨ ਨੂੰ ਬਿਠਾਉਣ ਦੀ ਜੁਗਤ ਹੈ। ਕਬੀਰ ਜੀ ਨੇ 86ਵੇਂ ਸ਼ਲੋਕ ਵਿੱਚ ਵਿਸ਼ੇਸ਼ ਤੌਰ ਤੇ ਉਸ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਤੁਲਨਾ ਕੀਤੀ ਇਸ ਮਨ ਦੀ ਇੱਕ ਪੰਛੀ ਨਾਲ। ਪੰਛੀ ਪਾਸ ਪਰਮਾਤਮਾ ਨੇ ਬੜੀ ਵਿਸ਼ੇਸ਼ ਖੂਬੀ ਰੱਖ ਦਿੱਤੀ ਹੈ ਕਿ ਉਸ ਨੂੰ 2 ਪਰ ਦੇ ਦਿੱਤੇ ਹਨ, 2 ਖੰਭ ਦੇ ਦਿੱਤੇ ਨੇ।
ਦੋਹਾਂ ਪਰਾਂ ਦੇ ਸਹਾਰੇ ਤੇ ਉਹ ਹਵਾਵਾਂ ਵਿੱਚ ਉਡਾਰੀਆਂ ਭਰ ਸਕਦਾ ਹੈ। ਜ਼ਮੀਨ ਤੇ ਰੀਂਗ ਕੇ ਚੱਲਣ ਦੀ ਉਸਨੂੰ ਕੋਈ ਵੀ ਜ਼ਰੂਰਤ ਨਹੀਂ। ਹਾਂ, ਖੂਬੀ ਨਿਰੰਕਾਰ ਨੇ ਉਸ ਵਿੱਚ ਹੋਰ ਵੀ ਭਰੀ ਕਿ ਉਸਨੂੰ 2 ਪੈਰ ਵੀ ਦਿੱਤੇ ਹੋਏ ਨੇ ਕਿ ਪੰਛੀ ਲੋੜ ਮੁਤਾਬਕ ਤੁਰ ਵੀ ਸਕਦਾ ਹੈ, ਦੌੜ ਵੀ ਸਕਦਾ ਹੈ। ਹੋਰ ਤੇਜ਼ੀ ਦੀ ਜ਼ਰੂਰਤ ਹੈ ਤਾਂ ਪੰਖ ਪਸਾਰੇ ਉਹ ਤਾਂ ਹਵਾਵਾਂ ਵਿੱਚ ਉੱਡ ਜਾਏ। ਮਨੁੱਖ ਦੇ ਪਾਸ 2 ਪਰ ਨਹੀਂ ਕਿ ਉਹ ਖੁਦ ਉੱਡ ਸਕੇ। ਸਰੀਰਕ ਤੌਰ ਤੇ ਸਾਡੇ ਪਾਸ ਕੋਈ ਪਰ ਨਹੀਂ, ਲੇਕਿਨ ਜੋ ਮਨ ਦੇ ਪਾਸ ਉਡਾਰੀ ਭਰਨ ਦੀ ਸ਼ਕਤੀ ਹੈ ਉਹ ਦੁਨੀਆ ਦੇ ਕਿਸੇ ਪੰਛੀ ਦੇ ਪਾਸ ਨਹੀਂ। ਉਹ ਕਿਤਨਾ ਤੇਜ਼ ਰਫ਼ਤਾਰ ਕਿਉਂ ਨਾ ਉਡਾਰੀ ਮਾਰ ਸਕਦਾ ਹੋਵੇ, ਪਰ ਮਨ ਦੇ ਮੁਕਾਬਲੇ ਤੇ ਕੁਝ ਵੀ ਨਹੀਂ। ਬਾਜ਼ ਦੀ ਰਫ਼ਤਾਰ ਬੜੀ ਤੇਜ਼ ਹੈ ਔਰ ਪੰਛੀਆਂ ਵਿੱਚੋਂ ਕੇਵਲ ਬਾਜ਼ ਹੈ ਜਿਸ ਅੰਦਰ ਇਹ ਵੀ ਖੂਬੀ ਹੈ ਕਿ ਉਹ ਮੁਖਤਲਿਫ ਹਵਾਵਾਂ ਵੱਲ ਵੀ ਉੱਡ ਸਕਦਾ ਹੈ। ਜਿੱਧਰੋਂ ਹਨੇਰੀਆਂ ਆਉਂਦੀਆਂ ਹੋਣ ਉੱਧਰ ਮੂੰਹ ਕਰਕੇ ਪ੍ਰਵਾਸ ਕਰ ਸਕਦਾ ਹੈ, ਉਡਾਰੀ ਮਾਰ ਸਕਦਾ ਹੈ ਔਰ ਮਾਰਦਾ ਹੈ। ਔਰ ਖਿਲਾਫ ਹਵਾਵਾਂ ਦੇ ਉਲਟ ਉਡਾਰੀ ਭਰਦਾ ਉਹ ਬਹੁਤ ਉੱਚਾ ਵੀ ਉੱਡਦਾ ਹੈ। ਉਹੀ ਹਵਾਵਾਂ ਉਸ ਨੂੰ ਹੋਰ ਬੁਲੰਦੀਆਂ ਤੇ ਲੈ ਜਾਣ ਦਾ ਸਾਧਨ ਬਣ ਜਾਂਦੀਆਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਲਿਖਿਆ ਹੈ ਕਿ ਇੱਕ ਬਾਜ਼ ਨੇ ਆਪਣੇ ਬੱਚੇ ਨੂੰ ਇੱਕ ਸਿੱਖਿਆ ਦਿੱਤੀ। ਉਸ ਬੱਚੇ ਨੇ ਆਖਿਆ, ਬਾਪੂ, ਮੈਂ ਦੇਖਦਾ ਹਾਂ ਗੌਰ ਨਾਲ, ਹਰ ਪੰਛੀ ਹਵਾਵਾਂ ਦੇ ਮੁਤਾਬਕ ਉੱਡਦਾ ਹੈ। ਤੁਸੀਂ ਉਲਟ ਉੱਡ ਪੈਂਦੇ ਹੋ ਤੇ ਮੈਨੂੰ ਵੀ ਆਖਦੇ ਹੋ। ਮੈਨੂੰ ਤਾਂ ਘਬਰਾਹਟ ਜਿਹੀ ਹੋ ਰਹੀ ਹੈ। ਚਲਦੀਆਂ ਤੇਜ਼ ਹਵਾਵਾਂ ਦੇ ਉਲਟ ਕਿਵੇਂ ਉੱਡਾਂਗਾ? ਬਾਜ਼ ਨੇ ਆਖਿਆ, ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ। ਉਡਾਰੀ ਭਰਨ ਦੀ ਜਾਚ ਆ ਗਈ ਤੇ ਉਲਟ ਹਵਾਵਾਂ ਤੈਨੂੰ ਹੋਰ ਬੁਲੰਦੀਆਂ ਤੇ ਲੈ ਜਾਣਗੀਆਂ। ਮੁਹੰਮਦ ਇਕਬਾਲ ਲਿਖਦੇ ਨੇ, ਤੁੰਦੀ ਏ ਬਾਦੇ मुखालिफ से ना घबरा है ओकाब, अरे ये तो चलती हैं तुझे ऊंचा उड़ाने के लिए। ਬਾਜ਼ ਤੇਜ਼ ਝਪਟ ਵੀ ਮਾਰਦਾ ਹੈ, ਹਵਾਵਾਂ ਦੇ ਉਲਟ ਵੀ ਉੱਡਣਾ ਜਾਣਦਾ ਹੈ, ਲੇਕਿਨ ਉਸ ਦੀ ਰਫ਼ਤਾਰ ਵੀ ਮਨ ਦੇ ਪੰਛੀ ਦੇ ਮੁਕਾਬਲੇ ਤੇ ਕੁਝ ਵੀ ਨਹੀਂ। ਮਨ ਇੱਕ ਪਲ ਵਿੱਚ ਹਜ਼ਾਰਾਂ ਨਹੀਂ ਲੱਖਾਂ ਕੋਹਾਂ ਦੀ, ਕਰੋੜਾਂ ਕੋਹਾਂ ਦੀ ਯਾਤਰਾ ਕਰ ਆਵੇ। ਇਸ ਵਿੱਚ ਨਿਰੰਕਾਰ ਨੇ ਐਸੀ ਸਮਰੱਥਾ ਪਰ ਰੱਖੀ ਹੈ। ਲੇਕਿਨ ਇਸ ਮਨ ਦੇ ਪੰਛੀ ਨੂੰ ਕਿੱਧਰ ਉਡਾਉਣਾ ਹੈ, ਇਸ ਨੇ ਕਿੱਧਰ ਜਾਣਾ ਹੈ, ਜੇ ਇਹ ਖਿਆਲ ਨਾ ਰਹੇ। ਉਸ ਪੰਛੀ ਦੀ ਦਸ਼ਾ ਸਮਝੋ ਜੋ ਉੱਡਦਾ ਤਾਂ ਹੋਵੇ ਬਹੁਤ, ਲੇਕਿਨ ਉਸਨੂੰ ਆਪਣਾ ਘਰ ਹੀ ਭੁੱਲ ਗਿਆ ਹੋਵੇ, ਆਪਣੇ ਆਲਣੇ ਦੀ ਖਬਰ ਹੀ ਨਾ ਰਹੇ। ਤਾਂ ਲੱਖ ਤੇਜ਼ ਦੌੜਨ ਵਾਲਾ ਹੋਵੇ, ਉਹ ਕਿਸੇ ਨਾ ਕਿਸੇ ਸ਼ਿਕਾਰੀ ਦੇ ਕਾਬੂ ਆ ਜਾਏਗਾ। ਕੋਈ ਨਾ ਕੋਈ ਉਸ ਨੂੰ ਆਪਣੇ ਜਾਲ ਵਿੱਚ ਫਾ ਲਵੇਗਾ, ਜਿਸ ਨੇ ਆਪਣਾ ਘਰ ਭੁਲਾ ਦਿੱਤਾ ਹੈ। ਉੱਡਣਾ ਖੂਬੀ ਹੈ, ਬੜੀ ਮਹਾਨ ਖੂਬੀ ਹੈ, ਲੇਕਿਨ ਵਾਪਸ ਆਪਣੇ ਘਰ ਵੀ ਆਉਣਾ ਹੈ, ਉਸ ਨੂੰ ਨਹੀਂ ਭੁਲਾ ਦੇਣਾ, ਇਹ ਪਤਾ ਹੋਣਾ ਚਾਹੀਦਾ ਹੈ। ਕਬੀਰ ਜੀ ਕਹਿੰਦੇ ਨੇ, ਮਨ ਪੰਛੀ ਹੈ, ਬੜੀਆਂ ਉਡਾਰੀਆਂ ਭਰਦਾ ਹੈ,
ਕਦੀ ਇੱਧਰ ਕਦੀ ਉੱਧਰ, ਕਦੀ ਆਕਾਸ਼ ਦੀਆਂ ਬੁਲੰਦੀਆਂ ਤੇ ਕਦੀ ਪਾਤਾਲਾਂ ਵਿੱਚ। ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਇਹ ਜੀਓ ਦੇ ਹੀ ਸਰੂਪ ਹਨ, ਸਾਡੇ ਆਪਣੇ ਹੀ, ਜਿਸ ਨੂੰ ਮਨ ਆਖਦੇ ਹਾਂ, ਸੁਰਤ ਆਖਦੇ ਹਾਂ, ਸਾਡੇ ਹੀ ਗੁਣ ਧਰਮ ਨੇ। ਇਸ ਲਈ ਸਤਿਗੁਰੂ ਜੀ ਨੇ ਜੇ ਮਨ ਦੇ ਆਕਾਸ਼ਾਂ ਦੀਆਂ ਬੁਲੰਦੀਆਂ ਤੇ ਪਤਾਲਾਂ ਦੀਆਂ ਗਹਿਰਾਈਆਂ ਵਿੱਚ ਆਉਣ ਜਾਣ ਦੀ ਚਰਚਾ ਕੀਤੀ ਹੈ ਤਾਂ ਉੱਥੇ ਜੀਓ ਸ਼ਬਦ ਵੀ ਵਰਤਿਆ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਆਕਾਸ਼ਾਂ ਤੇ ਉੱਚਾ ਉੱਡ ਜਾਂਦਾ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਪਾਤਾਲਾਂ ਵਿੱਚ ਡਿੱਗ ਪੈਂਦਾ ਹੈ। ਲੋਭੀ ਜੀੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਲਾਲਚੀ ਜੀਉੜਾ ਟਿਕਦਾ ਨਹੀਂ, ਚਾਰ ਕੁੰਟਾਂ ਵਿੱਚ ਦੌੜਿਆ ਫਿਰਦਾ ਹੈ। ਕੁਝ ਹੋਰ ਮਿਲੇ, ਕੁਝ ਹੋਰ ਮਿਲੇ ਤੇ ਕੁਝ ਹੋਰ ਮਿਲੇ। ਨਿਰੰਕਾਰ ਨੇ ਉਡਾਰੀ ਭਰਨ ਦੀ ਸਮਰੱਥਾ ਜਿੰਨੀ ਮਨ ਵਿੱਚ ਭਰੀ ਹੈ, ਜੀਓ ਅੰਦਰ ਭਰੀ ਹੈ, ਇੰਨੀ ਦੁਨੀਆ ਦੇ ਕਿਸੇ ਹੋਰ ਸਰੀਰ ਵਿੱਚ ਤਾਂ ਬਿਲਕੁਲ ਦੇਖਣ ਨੂੰ ਨਹੀਂ ਮਿਲੇਗੀ। ਲੱਖ ਤੇਜ਼ ਉੱਡਣ ਵਾਲੇ ਪੰਛੀ ਹੋਣ, ਮਨੁੱਖ ਹਵਾਈ ਜਹਾਜ਼ ਬਣਾ ਲਵੇ ਕਿ ਉਸ ਦੇ ਰਾਕੇਟ ਦੂਜੇ ਪਲੈਨਟਸ ਤੱਕ ਚਲੇ ਜਾਵਣ, ਮਨ ਦੀ ਰਫ਼ਤਾਰ ਦੇ ਸਾਹਮਣੇ ਫਿਰ ਵੀ ਰਫ਼ਤਾਰ ਘੱਟ ਹੈ। ਲੇਕਿਨ ਜਿੰਨਾ ਕੀਮਤੀ ਇਹ ਮਨ ਹੈ, ਓਨੀ ਇਸਤੇਮਾਲ ਕਰਨ ਦੀ ਜਾਚ ਵੀ ਆਉਣੀ ਚਾਹੀਦੀ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹ ਦਿਸ ਜਾਏ। ਦਸਾਂ ਦਿਸ਼ਾਵਾਂ ਵੱਲ ਉੱਡ ਉੱਡ ਕੇ ਜਾਂਦਾ ਹੈ, ਇਸ ਨੂੰ ਕੋਈ ਰੁਕਾਵਟ ਨਹੀਂ। ਇੱਕ ਆਦਮੀ ਨੇ ਦੂਜੇ ਦੇਸ਼ ਜਾਣਾ ਹੋਵੇ, ਲੱਖ ਸਿਸਟਮ ਫੋਲੋ ਕਰਨੇ ਪੈਂਦੇ ਨੇ। ਵੀਜ਼ਾ ਲੈਣਾ ਹੈ ਜਾਂ ਕਿਹੜੇ ਪੇਪਰ ਭਰਨੇ ਨੇ, ਕਿੰਨੀ ਕੁ ਜਾਇਦਾਦ ਹੋਣੀ ਚਾਹੀਦੀ ਹੈ ਕਿ ਦੂਜੇ ਦੇਸ਼ ਦੇ ਲੋਕ ਭਰੋਸਾ ਕਰ ਸਕਣ। ਲੇਕਿਨ ਮਨ ਅੰਦਰ, ਇਸ ਜੀਓ ਅੰਦਰ ਨਿਰੰਕਾਰ ਨੇ ਜੋ ਖੂਬੀ ਭਰੀ ਹੈ, ਜੇ ਇਹ ਉਡਾਰੀ ਭਰੇ ਤਾਂ ਇਹ ਨਿਰੰਕਾਰ ਦੇ ਦੇਸ਼ ਵੀ ਪਹੁੰਚ ਜਾਏ, ਕੋਈ ਰੁਕਾਵਟ ਨਹੀਂ। ਨਿਰੰਕਾਰ ਦੇ ਦੇਸ਼ ਤੋਂ ਐਸਾ ਨਹੀਂ ਸਮਝਣਾ ਕਿ ਉਹ ਕੋਈ ਵੱਖਰਾ ਧਰਤੀ ਦਾ ਟੁਕੜਾ ਹੈ। ਇਹ ਮਨ ਪੰਛੀ ਵੀ ਕਿਸੇ ਆਕਾਰ ਵਿੱਚ ਨਹੀਂ, ਨਿਰੰਕਾਰ ਵੀ ਆਕਾਰ ਤੋਂ ਮੁਕਤ ਹੈ, ਔਰ ਇਹ ਉਡਾਰੀ ਵੀ ਕੁਝ ਇਸੇ ਹੀ ਤਰ੍ਹਾਂ ਦੀ ਹੀ ਹੈ। ਸੁਰਤ ਨੂੰ ਲੈ ਕੇ ਜਾਣਾ ਹੈ। ਸਪੇਸੀਓ ਟਾਈਮ ਦੀ ਰਿਸਰਚ ਵਿਗਿਆਨਕਾਂ ਨੇ ਬਹੁਤ ਬਾਅਦ ਵਿੱਚ ਕੀਤੀ, ਲੇਕਿਨ ਭਗਤ ਜਨਾਂ ਨੇ ਯੁੱਗਾਂ ਪਹਿਲਾਂ ਇਸ ਗੱਲ ਨੂੰ ਜਾਣ ਲਿਆ। ਜੇ ਜੀਓ ਨੂੰ ਉਡਾਰੀ ਭਰਨ ਦੀ ਜਾਚ ਆ ਜਾਏ, ਕੋਈ ਸਥਾਨ ਸਾਡੇ ਮਿਲਾਪ ਵਿੱਚ ਰੁਕਾਵਟ ਨਹੀਂ, ਕੋਈ ਸਮਾਂ ਵੀ ਸਾਡੇ ਮਿਲਾਪ ਵਿੱਚ ਰੁਕਾਵਟ ਨਹੀਂ ਬਣ ਸਕਦਾ। ਇਹ ਮਨ ਦਾ ਪੰਛੀ ਉਡਾਰੀ ਭਰਨ ਸਹੀ ਦਿਸ਼ਾ ਵੱਲ ਲੱਗ ਪਵੇ, ਮੰਜ਼ਿਲ ਮਿਲ ਜਾਏਗੀ। ਸਰੀਰਕ ਤੌਰ 'ਤੇ ਤੁਸੀਂ ਘਰ ਵਿੱਚ ਬੈਠੇ ਵੀ ਸਤ ਸੰਗਤ ਵਾਲੇ ਹੋ ਸਕਦੇ ਹੋ। ਸਤ ਕੋਈ ਦੂਰ ਥੋੜ੍ਹੀ ਹੈ। ਹੁਣ ਸੁਰਤ ਨੂੰ, ਇਸ ਮਨ ਨੂੰ ਉਡਾਰੀ ਪ੍ਰਵਾਓ, ਉਸ ਪਰਮਾਤਮਾ ਦਾ ਰਸ ਮਾਨਣ ਦੀ। ਰਸ ਹੁਣ ਵੀ ਬਰਸ ਰਿਹਾ ਹੈ। ਕੋਈ ਵੀ ਸੁਰਤੀਵਾਨ ਵਿਅਕਤੀ ਹੁਣੇ ਹੀ ਮਾਣ ਸਕਦਾ ਹੈ, ਉਹ ਸਤ ਸੰਗੀ ਹੋ ਗਿਆ। ਕੋਈ ਥਾਂ ਰੁਕਾਵਟ ਨਹੀਂ, ਪਰਮਾਤਮਾ ਕੋਈ ਦੂਰ ਥੋੜ੍ਹੀ ਹੈ। ਜੇ ਸੁਰਤ
ਦੀ ਉਡਾਰੀ ਭਰਨ ਦੀ ਜਾਚ ਆ ਜਾਏ ਤਾਂ ਸਰੀਰ ਵੀ ਦੂਰ ਨਹੀਂ ਰਹਿ ਜਾਂਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਵਾਰੀ ਭਾਈ ਜੇਠਾ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਲਾਹੌਰ ਭੇਜਿਆ। ਕੁਝ ਵਿਰੋਧੀਆਂ ਦੀਆਂ ਕੀਤੀਆਂ ਹੋਈਆਂ ਸ਼ਿਕਾਇਤਾਂ ਦੇ ਉੱਤਰ ਦੇਣੇ ਸਨ। ਭਾਈ ਜੇਠਾ ਜੀ ਲਾਹੌਰ ਗਏ। ਗਰਮੀ ਦੀ ਰੁੱਤ ਸੀ। ਜਿਸ ਵੇਲੇ ਵਾਪਸ ਪਰਤਣਾ ਸੀ, ਬਾਜ਼ਾਰ ਵਿੱਚੋਂ ਲੰਘੇ। ਤਰ੍ਹਾਂ ਤਰ੍ਹਾਂ ਦੇ ਫਲ ਵੇਚੇ ਜਾ ਰਹੇ ਸਨ। ਬਹੁਤ ਸੁੰਦਰ ਅੰਬ ਦੇਖ ਕੇ ਦਿਲ ਕੀਤਾ ਅੰਬ ਖਰੀਦ ਲਵਾਂ ਤੇ ਇਹ ਅੰਬ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਭੇਟ ਕਰਾਂਗਾ। ਅੰਬ ਖਰੀਦ ਲਿਆ ਇੱਕ। ਲਾਹੌਰ ਤੋਂ ਚੱਲ ਪਏ। ਪੈਂਡਾ ਵੀ ਬਥੇਰਾ ਹੈ ਵੀ ਪੈਦਲ ਯਾਤਰਾ ਕਰਨੀ। ਸੁਭਾਵਕ ਸੀ ਰਸਤੇ ਵਿੱਚ ਸਮਾਂ ਲੱਗਦਾ। ਆਰਾਮ ਕਰਨ ਲਈ ਦੁਪਹਿਰ ਦੇ ਵਕਤ ਰੁਕੇ। ਸੁਰਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੀ ਹੋਈ ਹੈ। ਮਨ ਦਾ ਪੰਛੀ ਸਤਿਗੁਰੂ ਦੇ ਚਰਨਾਂ ਵਿੱਚ ਹੈ। ਗੁਰੂ ਅਮਰਦਾਸ ਹੁਣ ਵੀ ਦੂਰ ਨਹੀਂ। ਹੁਣ ਸੁਰਤ ਜੋੜੋ, ਹੁਣ ਵੀ ਜੁੜ ਸਕਦੀ ਹੈ। ਇਹ ਮਨ ਦੇ ਪੰਛੀ ਨੂੰ ਰੱਬ ਨੇ ਬੜੀ ਤਾਕਤ ਦਿੱਤੀ ਹੈ ਜੇ ਉਡਾਰੀ ਲਾਉਣੀ ਆ ਜਾਏ। ਅੰਬ ਵੱਲ ਡਿੱਠਾ ਤੇ ਖਿਆਲ ਆਇਆ ਗਰਮੀ ਬਹੁਤ ਹੈ, ਧੁੱਪੇ ਯਾਤਰਾ। ਅੰਬ ਪੱਕਿਆ ਹੋਇਆ ਹੈ। ਜੇ ਇਹ ਹੁਣੇ ਨਾ ਪੇਸ਼ ਕੀਤਾ ਗਿਆ ਇਸ ਨੇ ਖਰਾਬ ਹੋ ਜਾਣਾ। ਰਸ ਚੋਣਾ ਸ਼ੁਰੂ ਹੋ ਗਿਆ ਹੈ। ਬੜਾ ਵੱਡਾ ਸਵਾਲ ਸੀ ਸਾਹਮਣੇ। ਅਮਾਨਤ ਲਿਆਇਆ ਹਾਂ ਭੇਟਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਰਨ ਵਾਸਤੇ। ਪੈਂਡਾ ਅਜੇ ਲੰਮੇਰਾ ਹੈ, ਸਮਾਂ ਲੱਗੇਗਾ। ਤਦੋਂ ਤੱਕ ਅੰਬ ਨੇ ਠੀਕ ਰਹਿਣਾ ਕੋਈ ਨਹੀਂ, ਰਸ ਵਹਿ ਜਾਣਾ, ਖਰਾਬ ਹੋ ਜਾਏਗਾ। ਭੇਟਾ ਕਿੰਜ ਕਰਾਂ? ਸ਼ਰਧਾਵਾਨ ਸਨ। ਗੁਰੂ ਦੀ ਮੱਤ ਅੰਦਰ ਵਸੀ ਹੋਈ ਸੀ। ਬਸ ਮਨ ਟਿਕਾ ਲਿਆ। ਗੁਰੂ ਅਮਰਦਾਸ ਮਹਾਰਾਜ ਜੀ ਨਾਲ ਸੁਰਤ ਇੱਕ ਹੋ ਗਈ। ਕੋਈ ਭੇਦ ਹੀ ਨਾ ਰਹਿ ਗਿਆ ਰਸਤੇ ਦਾ ਤੇ ਗੋਇੰਦਵਾਲ ਦਾ, ਭਾਈ ਜੇਠੇ ਦਾ ਤੇ ਗੁਰੂ ਅਮਰਦਾਸ ਜੀ ਦਾ। ਕੋਈ ਫਰਕ ਹੀ ਨਾ ਰਹਿ ਗਿਆ। ਐਸੀ ਮਨ ਦੀ ਉਡਾਰੀ ਲੱਗੀ ਕਿ ਮੰਜ਼ਿਲ ਮਿਲ ਗਈ। ਮਹਿਸੂਸ ਕੀਤਾ ਗੁਰੂ ਅਮਰਦਾਸ ਮਹਾਰਾਜ ਨਾਲ ਇੱਕ ਹਾਂ। ਅੰਬ ਚੂਪ ਲਿਆ ਔਰ ਮਨ ਨੂੰ ਉਡਾਰੀ ਭਰਨੀ ਆ ਜਾਏ, ਤੁਹਾਡਾ ਚੂਪਿਆ ਅੰਬ ਵੀ ਗੁਰੂ ਤੱਕ ਪਹੁੰਚ ਸਕਦਾ ਹੈ। ਇੱਕ ਹੋਣ ਦੀ ਸੁਰਤ ਮਨੁੱਖ ਨੂੰ ਨਸੀਬ ਹੋ ਜਾਏ। ਅਸੀਂ ਸਰੀਰਕ ਯਾਤਰਾ ਤਾਂ ਸਤ ਸੰਗ ਦੀਆਂ ਬਹੁਤ ਕਰਦੇ ਹਾਂ, ਪਰ ਮਿਲਾਪ ਤਾਂ ਗੁਰੂ ਨਾਲ ਨਹੀਂ ਹੁੰਦਾ। ਵਡਭਾਗੀ ਪੁਰਸ਼ ਜਿਸ ਦਾ ਮਿਲਾਪ ਬਣ ਗਿਆ, ਉਹ ਜਿੱਥੇ ਵੀ ਹੈ ਉੱਥੇ ਹੀ ਗੁਰੂ ਨਾਲ ਜੁੜਿਆ ਹੋਇਆ। ਭਾਈ ਜੇਠਾ ਜੀ ਨੇ ਅੰਬ ਚੂਪਿਆ। ਜੇ ਅਧਿਆਤਮਕ ਧਾਰਮਿਕ ਖੇਤਰ ਦੀ ਦ੍ਰਿਸ਼ਟੀ ਲੈ ਕੇ ਦੇਖਣਾ ਹੋਵੇ ਤੇ ਮੈਂ ਆਖਾਂਗਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਅੰਬ ਚੂਪਿਆ। ਗੋਇੰਦਵਾਲ ਬੈਠੇ ਹੋਏ ਰਸ ਮਾਣ ਰਹੇ ਨੇ। ਬਾਹਰੋਂ ਵੇਖਣ ਮਾਤਰ ਭਾਈ ਜੇਠਾ ਜੀ ਕੋਹਾਂ ਦੂਰ ਅੰਬ ਚੂਪ ਰਹੇ ਹਨ। ਬਾਹਰ ਦੀ ਦ੍ਰਿਸ਼ਟੀ ਵਾਲਾ ਕੋਈ ਦੇਖੇ ਤਾਂ ਅੰਬ ਭਾਈ ਜੇਠਾ ਜੀ ਚੂਪ ਰਹੇ ਨੇ। ਅੰਦਰਲੀ ਦ੍ਰਿਸ਼ਟੀ ਵਾਲਾ ਕੋਈ ਹੋਵੇ
ਤੇ ਉਸ ਨੂੰ ਦਿਖਾਈ ਦੇਵੇਗਾ ਇਹ ਰਸ ਗੁਰੂ ਅਮਰਦਾਸ ਜੀ ਤੱਕ ਪਹੁੰਚ ਰਿਹਾ ਹੈ। ਖੈਰ, ਅੰਬ ਚੂਪਿਆ ਗਿਆ। ਯਾਤਰਾ ਕਰਕੇ ਗੋਇੰਦਵਾਲ ਸਾਹਿਬ ਪੁੱਜੇ। ਜਾ ਚਰਨ ਪਰਸੇ ਨਮਸਕਾਰ ਕੀਤੀ, ਮੱਥਾ ਟੇਕਿਆ। ਹੁਣ ਸੁਰਤ ਤੇ ਸਰੀਰ ਦੋਨੋਂ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਨੇ। ਸੰਗਤ ਵੀ ਸਜੀ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਭਾਈ ਜੇਠਾ ਜੀ ਦੇ ਸਿਰ ਤੇ ਹੱਥ ਰੱਖ ਆਸ਼ੀਰਵਾਦ ਦਿੰਦੇ ਨੇ ਔਰ ਆਖਦੇ ਨੇ, ਭਾਈ ਜੇਠਾ, ਗੁਰਮੁਖਾ ਜਿਹੜਾ ਅੰਬ ਚੂਪਾਇਆ ਹੀ ਨਾ, ਇੰਨਾ ਸਵਾਦ ਸੀ ਕਿ ਮੈਂ ਬਿਆਨ ਨਹੀਂ ਕਰ ਸਕਦਾ। ਕਮਾਲ ਕਰ ਦਿੱਤੀ। ਪਾਸ ਬੈਠੇ ਸਿੱਖ ਹੈਰਾਨ ਸਨ। ਅਜੇ ਭਾਈ ਜੇਠਾ ਲਾਹੌਰੋਂ ਹੁਣ ਆਇਆ ਔਰ 2 ਪਲ ਪਹਿਲੇ ਹੀ ਪੁੱਜਾ ਹੈ। ਆ ਕੇ ਚਰਨ ਪਰਸੇ ਨੇ ਅੰਬ ਕਿਹੜੇ ਵੇਲੇ ਚੁਪਾ ਦਿੱਤਾ। ਤਾਂ ਸਤਿਗੁਰੂ ਜੀ ਨੇ ਸਿੱਖਾਂ ਦੇ ਪੁੱਛਣ ਤੇ ਇਹ ਰਮਜ਼ ਸਭ ਨਾਲ ਸਾਂਝੀ ਵੀ ਕੀਤੀ। ਮਨ ਦੇ ਪੰਛੀ ਦੀ ਉਡਾਰੀ ਕਿਸੇ ਵੀ ਵੇਲੇ ਕਿਸੇ ਵੀ ਅਸਥਾਨ ਤੇ ਲਗਾਈ ਜਾ ਸਕਦੀ ਹੈ। ਕੋਈ ਸਮਾਂ ਰੁਕਾਵਟ ਨਹੀਂ, ਕੋਈ ਸਥਾਨ ਰੁਕਾਵਟ ਨਹੀਂ। ਮੁਸ਼ਕਿਲ ਇਹ ਹੈ ਕਿ ਇਸ ਪੰਛੀ ਨੂੰ ਅਸੀਂ ਜਾਣਿਆ ਹੀ ਨਹੀਂ। ਦੂਜੇ ਲਫ਼ਜ਼ਾਂ ਵਿੱਚ ਮੈਂ ਇੰਝ ਆਖਾਂਗਾ, ਅਸੀਂ ਆਪਣੇ ਆਪ ਨੂੰ ਜਾਣਿਆ ਹੀ ਨਹੀਂ। ਪਰ ਸਤਿਗੁਰੂ ਭਗਤ ਜਨ ਜਾਣਨ ਵਾਲੇ ਹਮੇਸ਼ਾ ਮਨੁੱਖ ਨੂੰ ਇਸ ਬੁਨਿਆਦੀ ਮਸਲੇ ਵੱਲ ਪ੍ਰੇਰਦੇ ਰਹੇ ਨੇ। ਬੜੇ ਗਫਲਤ ਵਿੱਚ ਜੀਵਨ ਅਸੀਂ ਬਿਤਾ ਰਹੇ ਹਾਂ। ਲੱਖ ਆਪਣੇ ਆਪ ਨੂੰ ਸਾਵਧਾਨ ਸਮਝੀਏ। ਜਿਸ ਮਨੁੱਖ ਨੂੰ ਆਪਣੀ ਹੀ ਪਹਿਚਾਣ ਨਹੀਂ, ਉਹ ਕਿੰਨਾ ਕੁ ਸਿਆਣਾ ਹੋਵੇਗਾ। ਸੁਲਤਾਨ ਬਾਹੂ ਦੀਆਂ ਪੰਗਤੀਆਂ ਹਨ, ਜੋ ਦਮ ਗਾਫਲ ਸੋ ਦਮ ਕਾਫਰ, ਸਾਨੂੰ ਮੁਰਸ਼ਿਦ ਇਹ ਪੜ੍ਹਾਇਆ ਹੂ। ਦੇਖੀ ਗਫਲਤ ਵਿੱਚ ਨਾ ਪਈ, ਸਾਵਧਾਨ ਰਹੋ, ਸੁਚੇਤ ਰਹੋ। ਸੁਣਿਆ ਸੁਖਨ ਗਈਆਂ ਖੁੱਲ ਅੱਖੀਂ, ਜਿਸ ਵੇਲੇ ਮੈਂ ਮੁਰਸ਼ਿਦ ਦੇ ਬਚਨ ਸੁਣੇ ਮੇਰੀਆਂ ਅੱਖਾਂ ਖੁੱਲ ਗਈਆਂ। ਤੇ ਕੀ ਹੋਇਆ? ਬਸ ਚਿੱਤ ਦੇ ਪੰਛੀ ਦੀ ਲੱਗ ਗਈ ਉਡਾਰੀ ਰੱਬ ਵੱਲ। ਸੁਣਿਆ ਸੁਖਨ ਗਈਆਂ ਖੁੱਲ ਅੱਖੀਂ, ਅਸਾਂ ਚਿੱਤ ਮੌਲਾ ਵੱਲ ਲਾਇਆ ਹੂ। ਕੀਤੀ ਜਾਨ ਹਵਾਲੇ ਰੱਬ ਦੇ, ਐਸਾ ਇਸ਼ਕ ਕਮਾਇਆ ਹੂ। ਮਰਨ ਥੀ ਮਰ ਗਏ ਅੱਗੇ ਬਾਹੂ, ਤਾਂ ਮਤਲਬ ਨੂੰ ਪਾਇਆ ਹੂ। ਮਨ ਦਾ ਪੰਛੀ ਕਿੱਧਰ ਉੱਡਿਆ ਫਿਰਦਾ, ਉਸੇ ਦਾ ਪ੍ਰਭਾਵ ਜ਼ਿੰਦਗੀ ਤੇ ਹੈ। ਤੁਸੀਂ ਧਰਮ ਸਥਾਨ ਤੇ ਝਾੜੂ ਫੇਰੋ, ਭਾਂਡੇ ਮਾਂਜੋ, ਪਰ ਜੇ ਮਨ ਕਿਤੇ ਹੋਰ ਹੈ, ਕੋਈ ਅਰਥ ਨਹੀਂ। ਇਹ ਇੱਕ ਨੁਕਤਾ ਵੀ ਸਮਝ ਲੈਣ ਵਾਲਾ ਹੈ। ਸਰੀਰ ਸੇਵਾ ਕਰੇ, ਸੁਰਤ ਕਿਤੇ ਹੋਰ ਹੋਵੇ ਤਾਂ ਰਸ ਨਹੀਂ ਆਏਗਾ, ਆਨੰਦ ਨਹੀਂ ਮਿਲੇਗਾ। ਹਾਂ, ਸੁਰਤ ਜੁੜ ਜਾਏ, ਸੇਵਾ ਸੁਤੇ ਸਿੱਧ ਹੋ ਜਾਏਗੀ। ਦੋਵੇਂ ਸੇਵਾ ਕਰਦੇ ਨੇ। ਜਿਸ ਦੀ ਸੁਰਤ ਲੱਗ ਗਈ ਹੈ, ਜਿਸ ਦੇ ਪੰਛੀ ਨੂੰ ਸਹੀ ਟਿਕਾਣੇ ਬੈਠਣ ਦੀ, ਉਡਾਰੀ ਭਰਨ ਦੀ ਜਾਚ ਆ ਗਈ ਹੈ, ਉਹ ਵੀ ਸੇਵਾ ਕਰਦਾ ਹੈ। ਉਸ ਦਾ ਰਸ ਹੋਰ ਹੈ। ਲੇਕਿਨ ਕੇਵਲ ਸਰੀਰ ਨਾਲ ਕੋਈ ਸੇਵਾ ਕਰਦਾ ਹੈ, ਦੇਖਣ ਨੂੰ ਦੋਨੋਂ ਬਰਾਬਰ ਜਾਪਦੇ ਨੇ, ਪਰ ਲੱਖਾਂ ਕੋਹਾਂ ਦਾ ਅੰਤਰ ਹੈ ਆਨੰਦ ਦਾ। ਜ਼ਰੂਰੀ ਨਹੀਂ ਕਿ ਸਤਿਗੁਰੂ ਦੇ ਪਾਸ ਬੈਠ ਕੇ ਤੁਸੀਂ ਸਤਿਗੁਰੂ ਦੇ ਪਾਸ ਹੀ ਹੋਵੋਗੇ। ਬਾਬਾ ਮੋਹਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਸਨ। ਬੜੀਆਂ ਜ਼ਿੰਮੇਵਾਰੀਆਂ ਗੁਰੂ ਘਰ ਦੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਸੌਂਪ ਰੱਖੀਆਂ ਸਨ।
ਆਈਆਂ ਰਸਦਾਂ ਕਾਰ ਭੇਟਾ, ਹਰ ਹਿਸਾਬ ਕਿਤਾਬ ਇਹਨਾਂ ਦੇ ਹੱਥ ਸੀ। ਜੇ ਮਨ ਦੇ ਪੰਛੀ ਦੀ ਉਡਾਰੀ ਲੱਗਦੀ ਕਿ ਇਹ ਸਭ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਦਾ ਖੇਲ ਹੈ, ਤਾਂ ਸੁਰਤ ਉੱਥੇ ਲੱਗ ਜਾਂਦੀ। ਪਰ ਟਕੇ ਗਿਣਦਿਆਂ ਗਿਣਦਿਆਂ ਸੁਰਤ ਟਕਿਆਂ ਵਿੱਚ ਲੱਗ ਗਈ। ਗੁਰੂ ਅਮਰਦਾਸ ਮਹਾਰਾਜ ਦੇ ਹਜ਼ੂਰ ਰਹਿ ਕੇ ਵੀ ਹਜ਼ੂਰੀ ਵਿੱਚ ਨਹੀਂ, ਮਨ ਦਾ ਪੰਛੀ ਮਾਇਆ ਤੇ ਜਾ ਬੈਠਾ ਹੈ ਤੇ ਆਪਣੇ ਸਾਥੀਆਂ ਨੂੰ ਆਖਦੇ ਨੇ ਕਿ ਹੱਦ ਹੋ ਗਈ ਹੈ। ਤੁਸੀਂ ਆਖਦੇ ਹੋ ਮੈਂ ਹਰ ਵੇਲੇ ਮਾਇਆ ਵਿੱਚ ਖੇਡਣਾ, ਮਾਇਆ ਗਿਣਦਾ, ਪਰ ਪਤਾ ਨਹੀਂ ਪਿਤਾ ਜੀ ਨੂੰ ਤਾਂ ਮਾਇਆ ਚੰਗੀ ਲੱਗਦੀ ਨਹੀਂ ਤੇ ਅਸੀਂ ਬਹੁਤੀ ਮਾਇਆ ਦੇਖੀਏ ਕਿਵੇਂ। ਸਤਿਗੁਰ ਨੂੰ ਮਾਇਆ ਨਹਿ ਭਾਵੈ, ਹਮ ਕਿਉਂ ਕਰ ਦੇਖੇ ਕੋ ਦਿਖਲਾਵੈ। ਉਹਨਾਂ ਆਖਿਆ ਬੜੀ ਮਾਇਆ ਤੇਰੇ ਪਾਸ ਰਹਿੰਦੀ ਏ, ਕਿਉਂ ਆਖਣਾ। ਕਹਿੰਦਾ ਤੁਹਾਡੀਆਂ ਨਿਗਾਹਾਂ ਵਿੱਚ ਬਹੁਤ ਹੋਵੇਗੀ, ਪਰ ਕਭੀ ਲੱਖ ਟਕਾ ਨੈਣ ਨਹੀਂ ਪੇਖਾ। ਲੱਖ ਟਕਾ ਤਾਂ ਮੈਂ ਕਦੀ ਅੱਖਾਂ ਨਾਲ ਡਿੱਠਾ ਨਹੀਂ ਇਕੱਠਾ। ਸਤਿਗੁਰੂ ਜੀ ਨੇ ਖੇਲ ਵਰਤਾ ਦਿੱਤਾ। ਟਕਿਆਂ ਦਾ ਢੇਰ ਬਾਬੇ ਮੋਹਰੀ ਅੱਗੇ ਲਗਾ ਦਿੱਤਾ ਤੇ ਕਹਿਣ ਲੱਗੇ ਬੇਟਾ ਗਿਣ ਕੇ ਰੱਖ ਦੇ, ਇਹ ਸੰਗਤ ਦੀ ਅਮਾਨਤ ਹੈ। ਸਾਰਾ ਦਿਨ ਟਕੇ ਗਿਣਦੇ ਰਹੇ ਤੇ ਗੁਰੂ ਅਮਰਦਾਸ ਮਹਾਰਾਜ ਇਸ ਦੇ ਪਾਸ ਆਏ। ਦੇਖਿਆ ਇਹਦੇ ਹੱਥ ਕਾਲੇ ਹੋ ਗਏ ਨੇ। ਮੋਹਰੀ ਬੇਟਾ ਕੀ ਹੋਇਆ, ਹੱਥ ਕਾਲੇ ਕਿਵੇਂ ਹੋ ਗਏ। ਪਿਤਾ ਜੀ ਟਕੇ ਜੋ ਗਿਣਦਾ ਰਿਹਾ ਤੇ ਕਾਲਖ ਲੱਗ ਗਈ। ਤੇ ਮਿਹਰਾਂ ਦੇ ਮਾਲਕ ਨੇ ਉਪਦੇਸ਼ ਅਤੀ ਉੱਤਮ ਬਖਸ਼ਿਆ। ਹੇ ਸੁਤ ਹਾਥ ਕਾਲੇ ਪੈ, ਗ੍ਰਹਿ ਸੰਚਿਤ ਮਹਾ ਅਨੀਤ। ਜੇ ਮਨ ਵਿੱਚ ਵੀ ਇਸ ਦੀਆਂ ਗਿਣਤੀਆਂ ਸ਼ੁਰੂ ਕਰ ਲਈਏ, ਮਨ ਦਾ ਪੰਛੀ ਮਾਇਆ ਤੇ ਜਾ ਬੈਠੇ ਤਾਂ ਇਹ ਮਨ ਨੂੰ ਵੀ ਕਾਲਾ ਕਰ ਦਿੰਦੀ ਏ, ਬਚ ਕੇ ਰਹੀ। ਕਬੀਰ ਜੀ ਕਹਿੰਦੇ ਨੇ ਇਹ ਮਨ ਦਾ ਪੰਛੀ ਖੂਬੀ ਮਾਲਕ ਨੇ ਬੜੀ ਭਰੀ ਹੈ ਇਸ ਅੰਦਰ ਕਿ ਦਸਾਂ ਦਿਸ਼ਾਵਾਂ ਵਿੱਚ ਉਡਾਰੀ ਭਰ ਸਕੇ, ਇਸ ਨੂੰ ਕੋਈ ਰੋਕਣ ਵਾਲਾ ਨਹੀਂ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਪਰ ਯਾਦ ਰਹੇ ਇਸ ਮਨ ਦੇ ਪੰਛੀ ਨੇ ਜਿਹੜੀ ਦਿਸ਼ਾ ਅਪਣਾ ਲਈ, ਅਸਰ ਉੱਥੋਂ ਦਾ ਹੀ ਕਬੂਲਣਾ ਹੈ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਜੇ ਇਹ ਮਨ ਕੁਸੰਗ ਵੱਲ ਤੁਰ ਪਿਆ, ਤੁਸੀਂ ਬੈਠੇ ਕਿਤੇ ਹੋ, ਕਿਸੇ ਦੇ ਰੂਪ ਦੀ ਬਿਰਤੀ ਬਣਾ ਕੇ ਕਾਮ ਵਾਸਨਾ ਨਾਲ ਕੋਹਾਂ ਦੂਰ ਬੈਠੇ ਪਰ ਸਕਦੇ ਹੋ। ਧਨ ਕਿਸੇ ਦੇ ਵੱਲ ਸੁਰਤ ਲਗਾ ਕੇ ਉਹ ਹਜ਼ਾਰਾਂ ਕੋ ਦੂਰ ਬੈਠਾ ਹੋਵੇ, ਉਸ ਦੇ ਮਹਿਲ ਮਾੜੀਆਂ ਵੱਲ ਸੁਰਤ ਲਿਜਾ ਕੇ ਲਾਲਚ ਨਾਲ ਕੋਹਾਂ ਦੂਰ ਬੈਠੇ ਪਰ ਸਕਦੇ ਹੋ। ਮਨ ਦਾ ਸੰਗ ਜਿੱਧਰ ਬਣ ਜਾਂਦਾ ਹੈ, ਉਸ ਦਾ ਪ੍ਰਭਾਵ ਜ਼ਿੰਦਗੀ ਵਿੱਚ ਆ ਹੀ ਜਾਂਦਾ ਹੈ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਮਨ ਦੇ ਪੰਛੀ ਨੇ ਖਿਆਲ ਰੱਖਣਾ, ਉਹੀ ਫਲ ਖਾਣੇ ਨੇ ਜਿਹੋ ਜਿਹੀ ਸੰਗਤ ਵਿੱਚ ਪੈ ਜਾਣਾ ਹੈ। ਔਰ ਇਸ ਵਾਸਤੇ ਮਨ ਦੇ ਕੋਲ ਉਡਾਰੀ ਭਰਨ ਦੀ ਸਮਰੱਥਾ ਹੋਣ ਦੇ ਬਾਵਜੂਦ ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਉਡਾਰੀ ਕਿਸ ਦਿਸ਼ਾ ਵੱਲ ਭਰਨੀ ਹੈ। ਇਸ ਤੋਂ ਮਹਾਨ ਮੌਕਾ ਕੋਈ ਨਹੀਂ ਮਿਲ ਸਕਦਾ। ਕਿਸੇ ਯਾਤਰਾ ਤੇ ਬੇਸ਼ੱਕ ਨਾ ਜਾਓ, ਲੇਕਿਨ ਗੁਰਮਤ ਦਾ ਇੱਕ ਨੁਕਤਾ ਹੀ ਪੱਲੇ ਬੰਨ੍ਹ ਲਓ। ਹੁਣ ਹੀ ਜਿੱਥੇ ਹੋ, ਕਿਸੇ ਦੇਸ਼ ਵਿੱਚ ਹਾਂ, ਕਿਸੇ ਸ਼ਹਿਰ ਵਿੱਚ ਹਾਂ, ਕਿਸੇ ਅਵਸਥਾ ਵਿੱਚ ਹਾਂ, ਇਸ ਮਨ ਦੇ ਪੰਛੀ ਨੂੰ, ਆਪਣੀ ਸੁਰਤ ਨੂੰ ਐਸੀ ਉਡਾਰੀ ਵਿੱਚ ਲੈ ਚਲੀਏ ਕਿ ਸਿਰਜਣਹਾਰ ਦੇ ਸੰਗ ਹਾਂ।
ਔਰ ਇੱਕ ਪਲ ਆਖਣਾ ਵੀ ਵੱਡੀ ਗੱਲ ਹੈ, ਇਤਨੀ ਵੀ ਦੇਰ ਨਹੀਂ ਲੱਗਦੀ। ਸਿਰਜਣਹਾਰ ਕੋਈ ਦੂਰ ਥੋੜੀ ਹੈ। ਇੱਕਦਮ ਜ਼ਿੰਦਗੀ ਵਿੱਚ ਟਿਕਾਓ ਮਹਿਸੂਸ ਕਰੋਗੇ, ਫਿਰ ਇਹ ਸੰਗ ਸਾਥ ਮਹਿਸੂਸ ਹੋ ਜਾਏ ਤਾਂ ਬਣਾਈ ਰੱਖਣਾ, ਕਿਉਂਕਿ ਮਨ ਦੇ ਪੰਛੀ ਦੀ ਆਦਤ ਹੋਰ ਪਾਸਿਆਂ ਵੱਲ ਉਡਾਰੀਆਂ ਭਰਨ ਦੀ ਬਣੀ ਹੋਈ ਹੈ। ਰੋਕਣਾ ਇਸ ਨੂੰ ਇੱਥੇ ਹੀ ਬਾਰ-ਬਾਰ ਲਿਆਉਣਾ। ਆਏਗਾ, ਪ੍ਰੇਰਨਾ ਕਰੋਗੇ ਸੁਰਤ ਨੂੰ, ਆਏਗੀ। ਜੇ ਆ ਗਈ, ਜੋ ਜੈਸੀ ਸੰਗਤ ਵਿੱਚ ਮਿਲਦਾ ਹੈ ਵੈਸਾ ਫਲ ਖਾਏਗਾ। ਤੇ ਕਿਹੜੀ ਦਾਤ ਹੈ ਜਿਹੜੀ ਉਸ ਸਿਰਜਣਹਾਰ ਦੇ ਪਾਸ ਨਹੀਂ। ਭਗਤ ਦੀ ਜ਼ਿੰਦਗੀ ਵਿੱਚ ਜੋ ਕ੍ਰਿਸ਼ਮੇ ਵਰਤਦੇ ਨੇ, ਕੋਈ ਉਸ ਨੂੰ ਕਰਾਮਾਤ ਦਾ ਨਾਮ ਦੇ ਦਿੰਦਾ ਹੈ, ਕੋਈ ਕੁਝ। ਇਹ ਸੁਭਾਵਕ ਨੇ, ਸਾਡੀ ਸੋਚ ਤੋਂ ਪਰੇ ਦੀਆਂ ਘਟਨਾਵਾਂ ਵਰਤਦੀਆਂ ਨੇ, ਕਿਉਂਕਿ ਸਾਡੀ ਸੋਚ ਤੋਂ ਬਹੁਤ ਪਰੇ ਦਾ ਮਾਲਕ ਉਸ ਦੇ ਸੰਗ ਹੈ। ਕੋਈ ਵੀ ਪ੍ਰਾਣੀ ਸੁਰਤ ਨੂੰ ਉਡਾਰੀ ਸਿਰਜਣਹਾਰ ਤੱਕ ਦੀ ਪਰਵਾ ਲਵੇ, ਫਲ ਖਾਏਗਾ। ਪਰਮਾਤਮਾ ਦੇ ਦਰ ਕੋਈ ਕਮੀ ਥੋੜੀ ਹੈ। ਜਿਸ ਨੇ ਇੰਨੀ ਕਾਇਨਾਤ ਨੂੰ ਸਿਰਜਿਆ ਔਰ ਸੰਭਾਲਿਆ ਹੈ, ਉਹ ਕੋਈ ਛੋਟੀ ਸ਼ਕਤੀ ਦਾ ਮਾਲਕ ਹੈ। ਭਗਤ ਸੰਤੁਸ਼ਟ ਹੈ, ਆਨੰਦ ਵਿੱਚ ਹੈ, ਕਿਉਂਕਿ ਮਾਲਕ ਦੀ ਉਡਾਰੀ ਭਰਨ ਦੀ ਉਸ ਦੇ ਮਨ ਨੂੰ ਜਾਚ ਆ ਗਈ ਹੈ। ਇਹ ਨੁਕਤਾ ਪੱਕਾ ਹੈ, ਜੈਸੀ ਉਡਾਰੀ ਭਰੋਗੇ, ਜਿਸ ਸੰਗਤ ਵਿੱਚ ਇਹ ਮਨ ਜੁੜ ਜਾਏਗਾ। ਤਨ ਦੀ ਗੱਲ ਨਹੀਂ, ਤਨ ਦਾ ਪ੍ਰਭਾਵ ਵੀ ਤਨ ਤੱਕ ਹੈ। ਇਸ ਲਈ ਇਸ ਸ਼ਲੋਕ ਤੇ ਮੈਂ ਵਧੇਰੇ ਸਮਾਂ ਲਾਇਆ। ਸਰੀਰ ਦੀ ਸੰਗਤ ਦਾ ਪ੍ਰਭਾਵ ਸਰੀਰ ਤੱਕ ਹੈ, ਪਰ ਮਨ ਦੀ ਸੰਗਤ ਦਾ ਪ੍ਰਭਾਵ ਮਨ ਤੇ ਵੀ ਹੈ, ਸਰੀਰ ਤੇ ਵੀ ਪੈਂਦਾ ਹੈ। ਮਨ ਟਿਕ ਜਾਏ ਮਾਲਕ ਵੱਲ, ਸੁਭਾਵਕ ਸੇਵਾ ਕਰਨ ਨੂੰ ਚਿੱਤ ਕਰੇਗਾ। ਕੇਵਲ ਸਰੀਰ ਸੇਵਾ ਕਰੇ, ਹੋ ਸਕਦਾ ਹੈ ਉਹ ਲੋਕ ਦਿਖਾਵਾ ਵੀ ਹੋਵੇ, ਮਨ ਕਿਤੇ ਹੋਰ ਹੋਵੇ। ਅਸਲੀ ਬੁਨਿਆਦੀ ਪ੍ਰਸ਼ਨ ਮਨ ਦੇ ਪੰਛੀ ਨੂੰ ਟਿਕਾਣੇ ਲੈ ਆਉਣ ਦਾ ਹੈ। 87ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ ਇਹ ਮਨ ਦੀ ਉਡਾਰੀ ਬੜੀ ਅਜੀਬ ਹੈ। ਇਹ ਨਿਰੰਕਾਰ ਦੀ ਤਲਾਸ਼ ਵੱਲ ਵੀ ਪਹਿਲੇ ਤਾਂ ਇਉਂ ਹੀ ਜਾਂਦਾ ਹੈ ਜਿਵੇਂ ਸੰਸਾਰ ਦੀ ਤਲਾਸ਼ ਵਿੱਚ ਸੀ। ਤਜਰਬਾ ਉਹੀ ਹੈ ਜਨਮ ਤੋਂ ਲੈ ਕੇ। ਪਰ ਫਿਰ ਵੀ ਕਿਉਂਕਿ ਮਕਸਦ ਠੀਕ ਚੁਣ ਲਿਆ ਹੈ, ਨਿਸ਼ਾਨਾ ਮਿਥ ਲਿਆ ਹੈ, ਮਾਲਕ ਤੱਕ ਐਪਰੋਚ ਬਣਾਉਣ ਦਾ, ਮੰਨਿਆ ਕਿ ਤਲਾਸ਼ ਦੀ ਵੀ ਜ਼ਰੂਰਤ ਨਹੀਂ ਸੀ, ਕਿਉਂਕਿ ਉਹ ਪਾਸ ਹੀ ਸੀ। ਤਲਾਸ਼ ਉਸ ਦੀ ਕੀਤੀ ਜਾਂਦੀ ਹੈ ਜੋ ਪਾਸ ਨਾ ਹੋਵੇ। ਨਿਰੰਕਾਰ ਖੁਦ ਅੰਦਰ ਹੀ ਬੈਠਾ ਸੀ। ਅੰਦਰ ਵੀ ਕੀ, ਜੀਓ ਨਾਲ ਇੱਕ ਹੀ ਸੀ, ਪਰ ਅੱਖਾਂ ਅਸੀਂ ਬੰਦ ਕਰ ਲਈਆਂ ਸਨ। ਚਲੋ, ਮਨ ਦੇ ਪੰਛੀ ਨੇ ਘੱਟੋ ਘੱਟ ਆਸ਼ਾ ਤਾਂ ਠੀਕ ਰੱਖਿਆ, ਨਿਸ਼ਾਨਾ ਠੀਕ ਮਿਥਿਆ ਕਿ ਉਸ ਨੂੰ ਖੋਜਣਾ ਹੈ। ਇਹ ਖਿਆਲ ਵੀ ਅੰਦਰ ਉੱਠੇ ਮੁਬਾਰਕ ਹੈ। ਫਿਰ ਕੋਈ ਕੁਝ ਸਮਾਂ ਪ੍ਰਭੂ ਦੀ ਤਲਾਸ਼ ਵਿੱਚ ਭਟਕਿਆ ਵੀ, ਕਿ ਮਨ ਨੇ ਬਾਹਰ ਦੀ ਦੌੜ ਲਗਾਈ, ਕਿਸੇ ਤੀਰਥ ਸਥਾਨ ਤੇ ਮਿਲ ਜਾਏ, ਕਿਸੇ ਹੋਮ ਜੱਗ ਰਾਹੀਂ ਮਿਲ ਜਾਏ। ਜਿੱਧਰ ਜਿੱਧਰ ਸੰਸਾਰ ਭਟਕਦਾ ਦਿਖਾਈ ਦਿੱਤਾ, ਉੱਧਰ ਭਟਕਿਆ। ਮੰਨਿਆ ਇਸ ਭਟਕਣਾ ਨਾਲ ਪ੍ਰਮਾਤਮਾ ਨਹੀਂ ਮਿਲੇਗਾ, ਪਰ ਫਿਰ ਵੀ ਇਹ ਭਟਕਣਾ ਕਿਸੇ ਹੱਦ ਤੱਕ ਬੜੀ ਚੰਗੀ ਹੈ। ਕਾਰਨ ਨਿਸ਼ਾਨਾ ਤਾਂ ਠੀਕ ਹੈ, ਮੰਨਿਆ ਰਾਹ ਭੁੱਲ ਗਿਆ ਹੈ, ਪਰ ਮੰਜ਼ਿਲ ਤਾਂ ਨਹੀਂ ਭੁੱਲੀ।
ਉਹ ਤਾਂ ਖਿਆਲ ਵਿੱਚ ਹੈ। ਪੁੱਜਣਾ ਉੱਥੇ ਹੈ, ਮਕਸਦ ਤਾਂ ਇਹੀ ਹੈ। ਰਾਹ ਭੁੱਲ ਗਿਆ ਹੈ, ਕਿਸੇ ਸਿਆਣੇ ਨੂੰ ਪੁੱਛ ਲਏਗਾ, ਸਹੀ ਮਿਲ ਜਾਏਗਾ। ਕਬੀਰ ਜੀ ਕਹਿੰਦੇ ਨੇ, ਜਦੋਂ ਮਨ ਦੇ ਪੰਛੀ ਨੂੰ ਸਹੀ ਰਸਤਾ ਮਿਲ ਗਿਆ, ਖੋਜ ਪਹਿਲੇ ਠੀਕ ਹੋਵੇ, ਜਾ ਕੋ ਖੋਜ ਤੇ। ਜਿਸ ਨੂੰ ਖੋਜਣ ਲਈ ਇਹ ਤੁਰਿਆ ਸੀ, ਪਾਇਓ ਸੋਈ ਠੌਰ, ਉਹ ਥਾਂ ਮਿਲ ਗਈ। ਤੇ ਜਦੋਂ ਥਾਂ ਮਿਲੀ, ਬੜੀ ਹੈਰਾਨੀ ਦੀ ਗੱਲ ਸੀ। ਕੋਈ ਪੁੱਛੇ ਤੈਨੂੰ ਮਿਲਿਆ ਕੀ ਹੈ, ਤਾਂ ਭਗਤ ਦੇ ਪਾਸ ਕੋਈ ਜਵਾਬ ਨਹੀਂ ਹੁੰਦਾ। ਮਿਲਿਆ ਉਹੀ ਹੈ ਜੋ ਪਹਿਲੇ ਹੀ ਮਿਲਿਆ ਹੋਇਆ ਸੀ। ਉਹ ਦੂਰ ਕਦੀ ਗਿਆ ਨਹੀਂ। ਮੈਂ ਹੀ ਸੁਪਨਿਆਂ ਵਿੱਚ ਗਲਤਾਨ ਹੋ ਗਿਆ ਸਾਂ। ਮੈਂ ਹੀ ਮਾਲਕ ਵੱਲੋਂ ਅੱਖਾਂ ਬੰਦ ਕਰ ਲਈਆਂ ਸਨ। ਸੰਗ ਹੋਵਤ ਕਉ ਜਾਨਤ ਦੂਰ, ਮੇਰੀ ਇਹ ਅਵਸਥਾ ਬਣ ਗਈ ਸੀ। ਨਵਾਂ ਤਾਂ ਕੁਝ ਨਹੀਂ ਮਿਲਿਆ, ਮਿਲਿਆ ਹੀ ਹੋਇਆ ਸੀ, ਕੇਵਲ ਡਿੱਠਾ ਹੋਣਾ ਹੈ। ਕਬੀਰ ਜੀ ਕਹਿੰਦੇ ਨੇ, ਰੱਬ ਕੋਈ ਵੱਖਰਾ ਥੋੜੀ ਸੀ। ਸੋਈ ਫਿਰ ਕਹਿ ਤੂੰ ਭਇਆ, ਜਾ ਕੋ ਕਹਿਤਾ ਔਰ। ਮਨ ਦੇ ਪੰਛੀ ਨੇ ਖੋਜ ਠੀਕ ਸ਼ੁਰੂ ਕੀਤੀ, ਫਿਰ ਖਿਆਲ ਰੱਖਣਾ। ਖੋਜ ਮੰਜ਼ਿਲ ਠੀਕ ਮਿਥੀ ਹੋਈ ਹੋਵੇ, ਰਸਤੇ ਕੁਝ ਦੇਰ ਲਈ ਮਨੁੱਖ ਭਟਕੇ ਵੀ ਸਮਾਂ ਲੰਘਾ ਲਵੇ, ਉਸ ਨੂੰ ਪਤਾ ਨਹੀਂ, ਤਾਂ ਵੀ ਉਹਨੂੰ ਬੁਰਾ ਨਹੀਂ ਆਖਣਾ। ਭਟਕੇਗਾ, ਮੰਜ਼ਿਲ ਚੇਤੇ ਹੈ, ਆਨੰਦ ਤੱਕ ਪਹੁੰਚਣਾ ਹੈ, ਉਹ ਮਿਲਿਆ ਨਹੀਂ। ਸੁਭਾਵਕ ਸੋਚੇਗਾ ਇਹ ਰਾਹ ਗਲਤ ਹੈ। ਹਾਂ, ਕੋਈ ਸੋਚੇ ਹੀ ਨਾ ਤੇ ਸਾਰੀ ਉਮਰ ਉਹਨਾਂ ਰਾਹਾਂ ਤੇ ਹੀ ਭਟਕਦਾ ਰਹੇ ਜਿੱਥੋਂ ਪ੍ਰਾਪਤੀ ਕੋਈ ਨਹੀਂ, ਤਾਂ ਉਸ ਜੈਸਾ ਮੂਰਖ ਵੀ ਕੋਈ ਨਹੀਂ। ਇਸ ਦਾ ਮਤਲਬ ਇੱਕ ਹੀ ਹੋ ਸਕਦਾ ਹੈ, ਉਸ ਨੂੰ ਮੰਜ਼ਿਲ ਦਾ ਕੋਈ ਪਤਾ ਨਹੀਂ, ਉਹ ਕੇਵਲ ਭੇਡ ਚਾਲ ਦਾ ਹਿੱਸਾ ਬਣ ਗਿਆ ਹੈ। ਲੋਕ ਕਿੱਧਰ ਜਾ ਰਹੇ ਸਨ, ਇਹ ਵੀ ਤੁਰ ਪਿਆ ਹੈ। ਇਸ ਤੋਂ ਵੱਧ ਕੁਝ ਨਹੀਂ। ਜੇ ਇਸ ਨੂੰ ਆਨੰਦ ਦੀ ਤਲਾਸ਼ ਹੁੰਦੀ, ਨਿਰੰਕਾਰ ਦੀ ਤਲਾਸ਼ ਹੁੰਦੀ, ਤਾਂ ਇਹ ਤੀਰਥਾਂ ਤੇ ਜਾ ਕੇ ਡਿੱਠਾ ਸੀ, ਇੱਥੇ ਵੀ ਹੰਕਾਰ, ਇੱਥੇ ਵੀ ਲਾਲਚ। ਬੈਠੇ ਨੇ ਉਹ ਇੰਤਜ਼ਾਮੀਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਧਰਮ ਤੇ ਪੈਸਾ ਖਰਚਣਾ, ਉਹ ਬਿਲਡਿੰਗਾਂ ਤੇ ਹੀ ਖਰਚੀ ਜਾ ਰਹੇ, ਹੋਰ ਇਮਾਰਤ ਵੱਡੀ ਹੋ ਜਾਏ। ਸਮਾਜਿਕ ਗੱਲਬਾਤ, ਧਰਮ ਦਾ ਪਤਾ ਹੀ ਨਹੀਂ। ਧਰਮ ਲਈ ਕੀ ਕੀਤਾ ਹੈ, ਸਾਲ ਬਾਅਦ ਹਿਸਾਬ ਕਰੋ ਤਾਂ ਕੋਈ ਵੀ ਨਹੀਂ। ਨਾ ਆਪ ਕੋਈ ਰਸ ਜਾਣਿਆ ਮਾਣਿਆ, ਨਾ ਰਸ ਵੰਡਣ ਦਾ ਕੋਈ ਇੰਤਜ਼ਾਮ ਹੈ। ਹਾਂ, ਇੰਨੇ ਲੱਖ ਜਮ੍ਹਾਂ ਕਰ ਦਿੱਤਾ ਹੈ, ਇਹ 4 ਘਰ ਹੋਰ ਖਰੀਦ ਲਏ ਨੇ। ਇਹ ਤਾਂ ਸੰਸਾਰੀ ਬੰਦੇ ਵੀ ਕਰ ਰਹੇ ਨੇ। ਤੁਸਾਂ ਧਰਮ ਦੇ ਖੇਤਰ ਵਿੱਚ ਵੀ ਜੇ ਇਹੀ ਕਰਨਾ, ਇਹਦੇ ਨਾਲੋਂ ਬਿਹਤਰ ਸੀ ਕੋਈ ਸੰਸਾਰ ਦਾ ਕੰਮ ਕਰਦੇ ਰਹਿੰਦੇ। ਭਗਤ ਇੰਜ ਨਹੀਂ ਕਰਦਾ। ਭਗਤ ਦਾ ਖੇਲ ਕੁਝ ਹੋਰ ਹੈ। ਜੋ ਵੀ ਮਨ ਦਾ ਪੰਛੀ ਇਸ ਤਲਾਸ਼ ਵਿੱਚ ਨਿਕਲਿਆ, ਜਾ ਕੋ ਖੋਜ ਤੇ। ਨਿਰੰਕਾਰ ਨੂੰ ਖੋਜਣ ਦੀ ਜਿਸ ਨੂੰ ਤਲਾਸ਼ ਕਰਨ ਲਈ ਇਹਨੇ ਉਡਾਰੀ ਭਰੀ, ਅਗਰ ਉਹਦੀ ਯਾਦ ਨਾ ਭੁੱਲੀ, ਮੰਜ਼ਿਲ ਦਾ ਖਿਆਲ ਰਿਹਾ, ਭਟਕਿਆ, ਕੋਈ ਹਰਜਾ ਨਹੀਂ। ਕਿੰਨੀ ਵਾਰੀ ਮਨੁੱਖ ਰਸਤਾ ਭੁੱਲ ਜਾਂਦਾ ਹੈ। ਮੰਜ਼ਿਲ ਨਹੀਂ ਮਿਲੀ, ਹੈਰਾਨ ਹੁੰਦਾ ਹੈ, ਮੈਂ ਆਪਣੇ ਵੱਲੋਂ ਸਹੀ ਦਿਸ਼ਾ ਵੱਲ ਆਇਆ ਸਾਂ, ਪਰ ਮਿਲਿਆ ਤਾਂ ਕੁਝ ਨਹੀਂ। ਮੈਂ ਜਿੱਥੇ ਪਹੁੰਚਣਾ ਸੀ ਪੁੱਜਾ ਨਹੀਂ। ਕਿਸੇ ਹੋਰ ਨੂੰ ਪੁੱਛੇਗਾ, ਵੀਰਾ ਰਾਹ ਦੱਸ। ਤੇ ਸਾਡੇ ਲਈ ਨਿਰੰਕਾਰ ਨੇ ਇੰਤਜ਼ਾਮ ਵੀ ਕੀਤਾ ਹੈ ਕਿ ਪੂਰਾ ਗੁਰੂ ਦੱਸਦਾ ਹੀ ਰਸਤਾ ਹੈ। ਹਾਂ, ਕੋਈ ਰਾਹ ਪੁੱਛ ਕੇ ਵੀ ਤੁਰੇ ਨਾ। पूछत है पथिक तेह मार्ग न तरह पाग, प्रीतम के देश कैसे बातन से जाइए। उधर ਨੂੰ ਕਦਮ ਹੀ ਨਾ ਉਠਾਏ ਤਾਂ ਫਿਰ ਮੰਜ਼ਿਲ ਨਾ ਮਿਲੇ ਤਾਂ ਗੱਲ ਵੱਖਰੀ। ਅਗਰ ਭਟਕ ਹੀ ਰਹੇ ਹਾਂ ਧਰਮ ਦੇ ਰਾਹ ਤੇ ਵੀ ਆਨੰਦ ਨਹੀਂ ਮਿਲਿਆ ਤਾਂ ਇੱਕ ਵਾਰੀ ਜ਼ਰੂਰ ਸੋਚਣਾ
ਸਾਡੇ ਰਸਤੇ ਵਿੱਚ ਕੋਈ ਨਾ ਕੋਈ ਗਲਤੀ ਹੈ। ਅਸੀਂ ਠੀਕ ਦਿਸ਼ਾ ਵੱਲ ਨਹੀਂ ਜਾ ਰਹੇ। ਜਦੋਂ ਸੋਚੋਗੇ ਭੇਡ ਚਾਲ ਤੋਂ ਪਾਸੇ ਹੋ ਜਾਓਗੇ। ਕਬੀਰ ਜੀ ਕਹਿੰਦੇ ਨੇ ਟਿਕਾਣਾ ਮਿਲਦਾ ਹੈ, ਮੰਜ਼ਿਲ ਚੇਤੇ ਹੋਵੇ। ਰਸਤਾ ਠੀਕ ਚੁਣ ਲਿਆ ਗਿਆ, ਪਹੁੰਚ ਜਾਏਗਾ। ਕਬੀਰ ਜੀ ਕਹਿੰਦੇ ਨੇ ਮੈਂ ਪਹੁੰਚਾ, ਉਹ ਟਿਕਾਣਾ ਮਿਲ ਗਿਆ ਹੈ। ਟਿਕਾਣਾ ਮਿਲਿਆ ਤਾਂ ਹੋਰ ਹੈਰਾਨੀ ਹੋਈ, ਮੇਰੇ ਤੇ ਪ੍ਰਮਾਤਮਾ ਵਿੱਚ ਤਾਂ ਕੋਈ ਅੰਤਰ ਹੀ ਨਹੀਂ ਸੀ। ਮੈਂ ਉਹੀ ਤਾਂ ਸਾਂ, ਉਸੇ ਦੀ ਤਾਂ ਕਿਰਨ ਸੀ। ਬਸ ਮੂਲ ਨੂੰ ਜਾਣ ਲਿਆ ਹੈ। ਸੋਈ ਫਿਰ ਕਹਿ ਤੂੰ ਪਿਆ, ਜਾ ਕੋ ਕਹਿਤਾ ਔਰ। ਜਿਸ ਨੂੰ ਮੈਂ ਹੋਰ ਹੋਰ ਆਖ ਕੇ ਲੱਭ ਰਿਹਾ ਸਾਂ, ਵੱਖਰਾ ਸਮਝਦਾ ਸਾਂ, ਪ੍ਰਮਾਤਮਾ ਕੋਈ ਵੱਖਰਾ ਨਹੀਂ। ਉਸੇ ਦਾ ਰੂਪ ਮੈਂ ਹੋ ਨਿਬੜਿਆ, ਉਸੇ ਵਿੱਚ ਲੀਨ ਹੋ ਗਿਆ, ਉਸੇ ਵਿੱਚ ਇੱਕ ਮਿਕ ਹੋ ਗਿਆ। ਬੂੰਦ ਤੇ ਸਾਗਰ ਵਿੱਚ ਕੋਈ ਅੰਤਰ ਨਾ ਰਿਹਾ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਜੀ ਕਹਿੰਦੇ ਨੇ ਜੇ ਸੰਗ ਗਲਤ ਬਣ ਗਿਆ, ਬਾਹਰ ਦੀ ਉਹਨਾਂ ਇੱਕ ਮਿਸਾਲ ਦਿੱਤੀ, ਕੇਲੇ ਦੀ ਔਰ ਬੇਰੀ ਦੇ ਬਿਰਸ਼ ਦੀ। ਬੇਰੀ ਨੂੰ ਕੰਡੇ ਲੱਗੇ ਹੋਏ ਨੇ, ਪਾਸ ਹੀ ਕੇਲੇ ਦਾ ਪੌਦਾ ਖੜੋਤਾ ਹੈ। ਕੇਲੇ ਦੇ ਪਾਸ ਕਠੋਰਤਾ ਨਹੀਂ ਹੁੰਦੀ, ਬਲਕਿ ਉਸ ਦੇ ਤਣੇ ਨੂੰ ਵੀ ਦੇਖੋਗੇ ਤੇ ਉਹ ਵੀ ਪੱਤਿਆਂ ਦਾ ਹੀ ਬਣਿਆ ਹੋਇਆ ਹੈ। ਪਰਤ ਦਰ ਪਰਤ ਖੋਲੀ ਜਾਓ, ਪੱਤੇ ਨੇ। ਜੜ ਤੋਂ ਸ਼ੁਰੂ ਹੋ ਕੇ ਇਹ ਤਣਾ ਅਖੀਰ ਤੱਕ, ਟੌਪ ਤੱਕ ਪੱਤਿਆਂ ਦਾ ਬਣਿਆ ਹੋਇਆ ਹੈ। ਪਾਣੀ ਨਾਲ ਭਰਿਆ ਹੋਇਆ ਹੈ। ਕੋਮਲਤਾ ਹੈ ਇਸ ਦੇ ਅੰਦਰ, ਪਵਿੱਤਰਤਾ ਵੀ ਹੈ, ਗੁਣ ਵੀ ਹੈ। ਇਹ ਝੂਲੇ ਵੀ ਤਾਂ ਕਿਸੇ ਨੂੰ ਚੋਟ ਪਹੁੰਚਾਉਣ ਵਾਲਾ ਨਹੀਂ, ਲੇਕਿਨ ਬੇਰੀ ਦੇ ਪੱਤੇ ਨਾਲ ਕੰਡੇ ਲੈ ਕੇ ਖੜੋਤੇ ਨੇ। ਟਹਿਣੀਆਂ ਹਿੱਲਣ ਤਾਂ ਉਹ ਕੰਡਾ ਜੋ ਸੰਪਰਕ ਵਿੱਚ ਆ ਗਿਆ ਉਹਦੇ ਚੁੱਭ ਜਾਣਾ। ਔਰ ਬੇਰੀ ਦਾ ਕੰਡਾ ਬੜਾ ਟੇਢਾ ਹੁੰਦਾ ਹੈ, ਆਸਾਨੀ ਨਾਲ ਨਿਕਲਦਾ ਨਹੀਂ। ਕੋਮਲ ਪੱਤੇ ਕੇਲੇ ਦੇ, ਹਵਾਵਾਂ ਚੱਲੀਆਂ ਉਹ ਵੀ ਝੂਲੇ, ਤੇ ਬੇਰੀ ਦੀਆਂ ਟਹਿਣੀਆਂ ਵੀ ਝੂਲੀਆਂ। ਦੋਵਾਂ ਹੁਲਾਰੇ ਤਾਂ ਲਏ, ਪਰ ਇੱਕ ਹੁਲਾਰੇ ਨੇ ਦੂਜੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੱਤਾ। ਇਹ ਸੰਗਤ ਦਾ ਅਸਰ ਸੀ, ਨੇੜੇ ਸੀ ਬੇਰੀ ਦੇ। ਕਬੀਰ ਜੀ ਕਹਿੰਦੇ ਨੇ ਜਿਵੇਂ ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ, ਉਹ ਹਵਾ ਦੇ ਹੁਲਾਰੇ ਲੈਂਦੀ, ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਭੈੜੀ ਸੰਗਤ ਵਾਲਿਆਂ ਦੇ ਪਾਸ ਬੈਠ ਕੇ ਉਹਨਾਂ ਦੇ ਪਾਸੋਂ ਵਿਕਾਰਾਂ ਦੇ ਕੰਡਿਆਂ ਨੇ ਤੇਰੀ ਜ਼ਿੰਦਗੀ ਚੀਰ ਕੇ ਲੀਰੋ ਲੀਰ ਕਰ ਦੇਣੀ ਹੈ। ਨਾ ਤੇਰੇ ਅੰਦਰ ਇੱਕ ਦਾ ਸਵਾਦ ਰਹੇਗਾ, ਨਾ ਤੇਰੀ ਸੁਰਤੀ ਇੱਕ ਰਹੇਗੀ। ਜ਼ਿੰਦਗੀ ਨੂੰ ਗਹੁ ਨਾਲ ਪੜਚੋਲ ਕਰਕੇ ਦੇਖੇਗਾ ਤਾਂ ਇਸ ਕੁਸੰਗ ਨੇ ਚੀਰ ਕੇ ਰੱਖ ਦਿੱਤਾ ਹੋਵੇਗਾ। ਜਿੰਨਾ ਸਮਾਂ ਕੁਸੰਗ ਵਿੱਚ ਬੀਤੇ, ਕਦੀ ਲੇਖਾ ਜੋਖਾ ਕਰੋ, ਸਪਸ਼ਟ ਹੈ ਉਹ ਤਾਂ ਸਮਾਂ ਵੀ ਲੀਰੋ ਲੀਰ ਹੋ ਗਿਆ, ਬਰਬਾਦ ਹੋ ਗਿਆ। ਕਬੀਰ ਜੀ ਕਹਿੰਦੇ ਨੇ ਭੈੜੀ ਸੋਬਤ ਵਾਲਿਆਂ ਦੇ ਸੰਗ ਵਿੱਚ ਬੈਠਿਆਂ ਆਤਮਕ ਮੌਤੇ ਮਰ ਹੀ ਜਾਈਦਾ ਹੈ। ਤੇ ਰੱਬ ਦਾ ਸੰਗ ਇਹ ਮਨ ਬਣਾ ਲਵੇ ਤਾਂ ਰੱਬ ਦਾ ਰੂਪ ਹੋ ਨਿਬੜਦਾ ਹੈ। ਕੁਸੰਗਤ ਤੋਂ ਬਚਣ ਦੀ ਪ੍ਰੇਰਨਾ ਬਾਰ-ਬਾਰ ਕਬੀਰ ਸਾਹਿਬ ਨੇ ਦਿੱਤੀ। ਇਹ ਕੋੜਾ
ਜਿਸ ਵੇਲੇ ਸੀਤਲ ਹੁੰਦਾ ਹੈ ਉਸ ਵੇਲੇ ਕਾਲਖ ਨਾਲ ਭਰਿਆ ਹੁੰਦਾ ਹੈ। ਬੁਰੀ ਸੰਗਤ ਦੇ ਪ੍ਰਭਾਵ ਨੂੰ ਜੇ ਸਮਝਣਾ ਹੋਵੇ, ਜੇ ਤਪ ਜਾਂਦਾ ਹੈ ਤੇ ਉਂਝ ਸੇਕ ਪਹੁੰਚਾਉਂਦਾ ਹੈ। ਠੰਡੇ ਨੂੰ ਪਕੜੋਗੇ ਤਾਂ ਕਾਲਖ, ਗਰਮ ਨੂੰ ਪਕੜੋਗੇ ਤਾਂ ਫਲੂਏ ਪੈਣਗੇ। ਕੁਸੰਗਤ ਐਸੀ ਹੈ, ਕਿਸੇ ਵੀ ਹਾਲਤ ਵਿੱਚ ਇਹ ਸਹਿਯੋਗੀ ਨਹੀਂ, ਨੁਕਸਾਨਦੇਹ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕੋਇਲਾ ਸੀਤਲ ਕਰ ਕਰਤ ਹੈ ਸਿਆਮ ਗਹਿ, ਪਰਸਤ ਤਪਤ ਕਰ ਦਗਦ ਕਰਤ ਹੈ। ਦਗਦ ਕਰਕੇ ਰੱਖ ਦਿੰਦਾ ਹੈ, ਹੱਥ ਨੂੰ ਸਾੜ ਦਿੰਦਾ। ਕੂਕਰ ਕੇ ਚਾਟਤ ਕਲੇਵਰ ਕੋ ਲਾਗੈ ਛੋਤ, ਪਾਟਤ ਸਰੀਰ ਪੀਰ ਧੀਰ ਨ ਧਰਤ ਹੈ। ਕੁੱਤਾ ਚੱਟੇ ਤਾਂ ਵੀ ਅਪਵਿੱਤਰ, ਹਲਕਿਆ ਹੋਇਆ ਕੱਟ ਜਾਏ ਤਾਂ ਵੀ ਰੋਗ ਦਾ ਕਾਰਨ। ਫੂਟਤ ਜਿਉਂ ਗਾਗਰ ਹੈ ਪਰਤ ਪਖਾਨ ਪਰ, ਘੜਾ ਪੱਥਰ ਤੇ ਡਿੱਗੇ ਤਾਂ ਵੀ ਟੁੱਟ ਜਾਂਦਾ ਹੈ। ਜੇ ਪੱਥਰ ਘੜੇ ਤੇ ਡਿੱਗ ਪਵੇ ਤਾਂ ਵੀ ਟੁੱਟ ਜਾਂਦਾ ਹੈ। ਪਾਹਨ ਪਰਤ ਪੁਨ ਗਾਗਰ ਹਰਤ ਹੈ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਭੈੜੀ ਸੰਗਤ ਦਾ ਨਾ ਵਿਰੋਧ ਕਰੀ ਤੇ ਨਾ ਮਿੱਤਰਤਾ ਬਣਾਈ। ਮਿੱਤਰਤਾ ਬਣਾਏਗਾ ਤਾਂ ਵੀ ਪ੍ਰਭਾਵ ਲਏਗਾ, ਜੇ ਦੁਸ਼ਮਣੀ ਬਣਾਏਗਾ ਤੇ ਦੁਸ਼ਮਣੀ ਕਰਨ ਵੇਲੇ ਵੀ ਸਾਵਧਾਨ ਹੋਣਾ। ਉਸ ਨਾਲ ਲੜਨ ਲਈ ਉਸ ਦੀ ਸਤ੍ਹਾ ਤੇ ਜਾਣਾ ਪੈਂਦਾ ਹੈ, ਗਿਰੇਗਾ। ਲੋਕ ਪਰਲੋਕ ਦੁੱਖ ਦੇਖ ਨਾ ਟਰਤ ਹੈ, ਪਰੇ ਹੀ ਹੋ ਜਾ। ਸਾਵਧਾਨ ਰਹਿਣਾ ਬੁਰਿਆਂ ਦੀ ਸੰਗਤ ਤੋਂ ਹਮੇਸ਼ਾ ਹੀ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ। ਸ਼ਕਲ ਬਣਾ ਕੇ ਹੰਸ ਦੀ ਬਗਲੇ ਵੀ ਬੈਠੇ ਹੋਏ ਮਿਲ ਜਾਣਗੇ, ਪਰ ਸਾਵਧਾਨ। ਤੇ ਜੋ ਸਾਹਮਣੇ ਹੀ ਬੇਰ ਦਿਖਦੀ ਹੈ, ਕੰਡੇ ਲੱਗੇ ਹੋਏ ਨੇ, ਕੇਲਾ ਉਸ ਦੇ ਪਾਸ ਲਾਉਣਾ ਹੀ ਮੂਰਖਤਾ ਹੈ। ਕੁਸੰਗਤ ਅਜਿਹੀ ਹੈ ਜਿਵੇਂ ਕੇਲੇ ਦੇ ਨੇੜੇ ਬੇਰ ਹੋਵੇ, ਚੱਲਦੀਆਂ ਹਵਾਵਾਂ ਵਿੱਚ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਟੁਕੜੇ ਟੁਕੜੇ ਕਰ ਦੇਵੇ। 99ਵਾਂ ਸ਼ਲੋਕ। ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੈ ਬਾਟ, ਆਪਣੇ ਭਾਰਹਿ ਨਾ ਡਰੈ, ਆਗੈ ਔਕਟ ਘਾਟ। ਇਹ ਜ਼ਿੰਦਗੀ ਦੇ ਸਫ਼ਰ ਵਿੱਚ ਮਨੁੱਖ ਨੇ ਇੱਕ ਚੜ੍ਹਾਈ ਚੜ੍ਹਨੀ ਹੈ, ਔਰ ਉਹ ਚੜ੍ਹਾਈ ਸਭ ਤੋਂ ਵੱਡੀ ਹੈ, ਨਿਰੰਕਾਰ ਨਾਲ ਇੱਕ ਹੋਣਾ। ਪਰ ਕੁਸੰਗ ਦੇ ਕਾਰਨ ਇਹਨੇ ਆਪਣੇ ਸਿਰ 'ਤੇ ਲੋਕਾਂ ਦੀ ਨਿੰਦਿਆ ਦਾ ਭਾਰ ਵੀ ਚੁੱਕ ਲਿਆ ਹੈ। ਜਿੰਨੀ ਨਿੰਦਿਆ ਕਰਨੇ ਆ, ਇਹ ਸਾਰਾ ਕਿਸੇ ਦਾ ਬੋਝ ਆਪਣੇ ਸਿਰ 'ਤੇ ਚੁੱਕਣ ਵਾਲੀ ਗੱਲ ਹੈ। ਪਰ ਇਹ ਐਸਾ ਮੂਰਖ ਇਨਸਾਨ ਹੈ ਕਿ ਇਹ ਭਾਰ ਚੁੱਕੀ ਜਾਂਦਾ ਹੈ। ਸਤਿਗੁਰੂ ਜੀ ਨੇ ਨਿੰਦਾ ਕਰਨ ਵਾਲੇ ਨੂੰ ਸਿਆਣਾ ਨਹੀਂ, ਮੂੜ ਆਖਿਆ ਹੈ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ। ਆਪਣੇ ਲਈ ਨਰਕ ਨਿੰਦਕ ਸਹੇੜਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਮਨਮੁਖ ਅੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਇਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਹੈ। ਕੌਣ? ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜ਼ਦੂਰੀ ਭਾਰ ਪਹੁੰਚਾਵਣਿਆ। ਬਿਨਾਂ ਮਜ਼ਦੂਰੀ ਲੈਣ ਤੋਂ ਦੂਜਿਆਂ ਦਾ ਭਾਰ ਚੁੱਕ ਕੇ ਤੁਰਿਆ ਹੋਇਆ ਹੈ। ਆਪਣੇ ਭਾਰਹਿ ਨਾ ਡਰੈ, ਆਗੈ ਔਕਟ ਘਾਟ। ਨਿੰਦਿਆ ਦੇ ਰਾਹੇ ਇਹੀ ਬੋਝ ਚੁੱਕ ਕੇ ਹੋਰ ਮੰਦੇ ਕਰਮਾਂ ਦਾ ਆਪਣਾ ਬੋਝ ਤਾਂ ਉਠਾਇਆ ਨਹੀਂ ਜਾਂਦਾ, ਉਸ ਦਾ ਖਿਆਲ ਨਹੀਂ, ਲੋਕਾਂ ਦਾ ਬੋਝ ਚੁੱਕ ਰਿਹਾ ਹੈ। ਨਿੰਦਾ ਚੁਗਲੀ ਦੋ ਲਫ਼ਜ਼ ਅਸੀਂ ਬੜੇ ਇਕੱਠੇ ਵਰਤਦੇ। ਨਿੰਦਾ ਹੈ ਕਿਸੇ ਦੇ ਔਗਣ ਛਾਨਣੇ। ਜਦੋਂ ਇਹ ਚੁਗਲੀ ਬਣ ਜਾਂਦੀ ਹੈ, ਉਹ ਥੋੜ੍ਹਾ ਜਿਹਾ ਹੋਰ ਇੱਕ ਵਾਧਾ ਹੋ ਜਾਂਦਾ ਹੈ। ਕਿਸੇ ਦੀ ਬੁਰਾਈ ਕਰਨੀ, ਪਰ ਖਾਸ ਮਕਸਦ ਲੈ ਕੇ ਉਸ ਨੂੰ ਨੁਕਸਾਨ ਪਹੁੰਚਾਉਣਾ ਹੈ, ਜੁਗਤ ਨਾਲ। ਚੁਗਲ ਕਦੀ ਨਹੀਂ ਇਹ ਸਾਬਤ ਹੋਣ ਦੇਣਾ ਚਾਹੁੰਦਾ ਕਿ ਮੈਂ ਚੁਗਲੀ ਕਰ ਰਿਹਾ। ਮਿੱਠੇ ਲਫ਼ਜ਼ਾਂ ਵਿੱਚ ਕਿਸੇ ਦੀ ਬੁਰਾਈ ਕਰ ਜਾਏਗਾ।
ਰਿਸ਼ਤਾ ਕਰਨ ਲਈ ਲੜਕੀ ਦੇ ਮਾਪੇ ਇੱਕ ਨਗਰ ਵਿੱਚ ਪੁੱਜੇ। ਸ਼ਰੀਕਾਂ ਨੂੰ ਪੁੱਛ ਲਿਆ, ਲੜਕਾ ਕੈਸਾ ਹੈ? ਉਹਨਾਂ ਆਖਿਆ, ਜੀ ਬੜਾ ਚੰਗਾ ਹੈ। ਉਸ ਦੀਆਂ ਖੂਬੀਆਂ ਤਾਂ ਬਿਆਨ ਕਰਨ ਤੋਂ ਪਰੇ ਹਨ। ਉਹਨਾਂ ਆਖਿਆ, ਹੱਦ ਹੋ ਗਈ। ਅੱਛਾ, ਬੜਾ ਕਾਬਲ ਹੈ? ਉਹਨਾਂ ਆਖਿਆ, ਜੀ ਜ਼ਰੂਰ ਕਾਬਲ ਹੈ, ਬਸ ਕਦੀ ਕਦੀ ਸ਼ਰਾਬ ਪੀਂਦਾ ਹੈ। ਉਹ ਆਖਣ ਲੱਗੇ, ਸ਼ਰਾਬ ਪੀਂਦਾ ਹੈ, ਫਿਰ ਤਾਂ ਨਸ਼ਾ ਹੀ ਹੈ। ਦੱਸਣ ਵਾਲੇ ਨੇ ਆਖਿਆ, ਨਹੀਂ ਨਹੀਂ, ਚਿੰਤਾ ਨਾ ਕਰੋ, ਸ਼ਰਾਬ ਰੋਜ਼ ਨਹੀਂ, ਜਿੱਦਣ ਜੂਆ ਜਿੱਤ ਕੇ ਆਵੇ ਉਸ ਦਿਨ, ਉਂਝ ਨਹੀਂ। ਉਹਨਾਂ ਆਖਿਆ, ਜੁਆਰੀਆ ਵੀ ਹੈ? ਚੁਗਲ ਆਖਣ ਲੱਗਾ, ਜੂਆ ਕਿਹੜਾ ਰੋਜ਼ ਖੇਡਦਾ ਹੈ। ਜਿੱਦਣ ਕਿਤੇ ਚੋਰੀ ਕੀਤਿਆਂ ਮਾਲ ਹੱਥ ਲੱਗਾ ਹੋਵੇ ਤਾਂ ਜੂਆ ਖੇਡਦਾ ਹੈ। ਉਹਨਾਂ ਮੱਥੇ ਤੇ ਹੱਥ ਮਾਰਿਆ, ਇਹ ਤਾਂ ਹੋਰ ਔਗਣ, ਚੋਰੀ ਵੀ ਕਰਦਾ ਹੈ। ਉਹ ਜੀ ਚਿੰਤਾ ਨਾ ਕਰੋ, ਚੋਰੀ ਕੋਈ ਰੋਜ਼ ਥੋੜ੍ਹੀ ਕਰਦਾ ਹੈ, ਜਿੱਦਣ ਕਿਤੇ ਜੇਲ੍ਹ ਤੋਂ ਛੱਡਿਆ ਹੋਵੇ ਤਾਂ ਹੀ ਹੈ ਨਾ। ਚੁਗਲ ਆਪਣੇ ਢੰਗ ਨਾਲ ਨਿੰਦਾ ਕਰਦਾ, ਸਵਾਰ ਕੇ ਇਸ ਜੁਗਤ ਨਾਲ ਬੁਰਾ ਵੀ ਨਾ ਬਣਾ ਤੇ ਔਗਣ ਵੀ ਛਾਣਾ। ਨਿੰਦਾ ਚੁਗਲੀ ਇਹ ਬੜੇ ਵੱਡੇ ਔਗਣ ਨੇ। ਕਿਸੇ ਦਾ ਨੁਕਸਾਨ ਕਰਕੇ ਜੋ ਮਨੁੱਖ ਆਪ ਸੁੱਖ ਪਾਉਣਾ ਚਾਹੁੰਦਾ ਹੈ, ਉਹ ਬੜੇ ਵੱਡੇ ਭੁਲੇਖੇ ਵਿੱਚ ਹੈ। ਸਤਿਗੁਰੂ ਜੀ ਨੇ ਤਾਂ ਜੁਗਤ ਇਹ ਦੱਸੀ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਤੂੰ ਪਰਾਇਆ ਮੰਦਾ ਦਿਲ ਵਿੱਚ ਵੀ ਨਾ ਲਿਆਈ, ਤੂੰ ਵੀ ਦੁੱਖ ਤੋਂ ਬਚਿਆ ਰਹੇਗਾ। ਪਰ ਨਿੰਦਕ ਸਵਾਦ ਲੈਂਦਾ ਹੈ ਦੂਜੇ ਦੀ ਬੁਰਾਈ ਗਿਣ ਕੇ। ਜਦੋਂ ਉਹ ਚੁਗਲੀ ਦਾ ਰੂਪ ਅਖਤਿਆਰ ਕਰਦੀ ਹੈ, ਫਿਰ ਮਿੱਥ ਕੇ ਨੁਕਸਾਨ ਕਰਦਾ ਹੈ। ਕਬੀਰ ਜੀ ਕਹਿੰਦੇ ਨੇ, ਪਰਾਇਆ ਬੋਝ ਚੁੱਕ ਕੇ ਇਹ ਮਨੁੱਖ ਔਕਟ ਘਾਟੀ ਵੱਲ ਨੂੰ ਤੁਰਿਆ ਹੋਇਆ ਹੈ। ਇਸ ਨੂੰ ਆਪਣੇ ਬੋਝ ਦਾ ਪਤਾ ਹੀ ਨਹੀਂ, ਆਪਣੇ ਮੰਦੇ ਜੀਵਨ ਦਾ ਖਿਆਲ ਹੀ ਨਹੀਂ, ਹੋਰ ਔਗਣ ਕਮਾਈ ਜਾਂਦਾ ਹੈ। ਕਬੀਰ ਬਨ ਕੀ ਦਾਦੀ ਲਾਕਰੀ, ਠਾਢੀ ਕਰੈ ਪੁਕਾਰ, ਮਤ ਬਸ ਪਰੋਂ ਲੁਹਾਰ ਕੇ, ਜਾਰੈ ਦੂਜੀ ਬਾਰ। ਲੁਹਾਰ ਕੋਲਾ ਬਣਾਉਣ ਲਈ ਅੱਗ ਦੇ ਅੰਦਰ ਭੱਠੀ ਵਿੱਚ ਬਾਲਣ ਲਈ ਪਹਿਲਾਂ ਕਿੱਕਰ ਵਗੈਰਾ ਲੱਕੜੀ ਦੇ ਮੋਛੇ ਚੰਗੀ ਤਰ੍ਹਾਂ ਬਣਾ ਕੇ ਭੱਠੀ ਵਿੱਚ ਮਿੱਟੀ ਦੇ ਹੇਠ ਨੱਪ ਕੇ ਉਹਨਾਂ ਦੇ ਕੋਲੇ ਬਣਾਉਂਦਾ ਸੀ, ਤਾਂ ਕਿ ਇਹਨਾਂ ਦੀ ਗੈਸ ਕੋਲੇ ਵਿੱਚ ਟਿਕੀ ਰਹੇ ਤੇ ਭੱਠੀ ਵਿੱਚ ਕੋਲੇ ਚੰਗੀ ਤਰ੍ਹਾਂ ਕੰਮ ਦੇ ਸਕਣ। ਇਸ ਲੱਕੜੀ ਨੂੰ 2 ਵਾਰ ਸੜਨਾ ਪਿਆ, ਪਹਿਲਾਂ ਕੋਲੇ ਬਣਨ ਲਈ, ਫਿਰ ਲੁਹਾਰ ਦੀ ਭੱਠੀ ਵਿੱਚ। ਕਬੀਰ ਜੀ ਕਹਿੰਦੇ ਨੇ, ਬਨ ਕੀ ਦਾਦੀ ਲਾਕਰੀ, ਸੜੀ ਹੋਈ ਲੱਕੜ ਜੋ ਕੋਲਾ ਬਣ ਚੁੱਕੀ ਹੈ, ਤੇ ਠਾਢੀ ਖੜੀ ਸਾਫ਼ ਪ੍ਰਤੱਖ ਰੂਪ ਵਿੱਚ ਇੱਕ ਪੁਕਾਰ ਕਰਦੀ ਏ, ਮਤਾਂ ਦੁਬਾਰਾ ਫਿਰ ਲੁਹਾਰ ਦੀ ਸੋਬਤ ਵਿੱਚ ਪੈ ਗਈ ਤਾਂ ਫਿਰ ਸਾੜੇਗਾ ਅੱਗ ਵਿੱਚ। ਜੇ ਕਬੀਰ ਸਾਹਿਬ ਕਹਿੰਦੇ ਨੇ, ਧਿਆਨ ਨਾਲ ਸੁਣੇ, ਵਿਚਾਰ ਕਰੇ, ਤਾਂ ਜੰਗਲ ਦੀ ਕੋਲਾ ਬਣੀ ਲੱਕੜੀ ਵੀ ਪੁਕਾਰ ਕਰਦੀ ਦਿਖਾਈ ਦੇਵੇਗੀ ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਇਹ ਮੈਨੂੰ ਦੂਜੀ ਵਾਰੀ ਸਾੜੇਗਾ। ਮਤਲਬ ਇੰਨਾ ਹੀ ਹੈ ਕਿ ਜਿਹਨੇ ਇੱਕ ਵਾਰੀ ਸਾੜਿਆ ਹੈ, ਅਗਾਂਹ ਹੀ ਉਸ ਤੋਂ ਸਾਵਧਾਨ ਹੋ ਜਾ। ਕੁਸੰਗਤ ਨੇ ਹਮੇਸ਼ਾ ਇਨਸਾਨ ਦੇ ਜੀਵਨ ਨੂੰ ਸਾੜਿਆ ਹੈ, ਬਰਬਾਦ ਕੀਤਾ ਹੈ, ਰਾਖ ਬਣਾਇਆ ਹੈ। ਜ਼ਰੂਰਤ ਹੈ ਇਸ ਨੂੰ ਸਮਝ ਕੇ ਅਗਾਂਹ ਕੁਸੰਗਤੋਂ ਬਚੀਏ, ਤੇ ਸਰੀਰ ਦਾ ਸੰਗ ਹੀ ਨਹੀਂ, ਮਨ ਦਾ ਸੰਗ ਕਿੱਥੇ ਬਣਾਉਣਾ ਇਹ ਪਤਾ ਹੋਵੇ। ਇੱਥੇ ਬੈਠਿਆਂ ਹੀ ਜਿੱਥੇ ਵੀ ਹੋ, ਸੁਰਤ ਸਿਰਜਣਹਾਰ ਨਾਲ ਜੋੜੀ ਜਾ ਸਕਦੀ ਏ, ਔਰ ਇਸ ਸੰਗ ਦਾ ਰੰਗ ਬਿਆਨ ਕਰਨ ਤੋਂ ਬਾਹਰ ਹੈ। ਵਾਹਿਗੁਰੂ ਕਿਰਪਾ ਕਰੇ ਅਸੀਂ ਇਸ ਸੰਗ ਤੇ ਰੰਗ ਨੂੰ ਮਾਣ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।